ਪਾਇਮਾਨ। ਜਵਰ ਸ਼ਦਰ ਤਖਤ ਜੀ ਦੇ ਮਾਲਕ, ਯਾਹਰਾ ਜਹੂਰ ਹਾਜਰਾ ਹਜੂਰ। ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ। ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ 'ਤੇ ਸਤ ਸੰਗਤ ਰੂਪ ਹੋ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੇ ਹੋ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਪਰਸ ਕਰਕੇ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਸਰਵਣ ਕਰਕੇ ਅਤੇ ਅੰਮ੍ਰਿਤਮਈ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ ਰਹੇ ਸੀ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਪਿਛਲਾ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਹੋਇਆ ਹੈ। ਅੱਜ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਭਾਣੇ ਅੰਦਰ ਸੇਵਾ ਸਿਮਰਨ ਕਰਦਿਆਂ ਕਰਾਉਂਦਿਆਂ, ਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ, ਚੰਗੇ ਕਰਮ ਕਰਦਿਆਂ ਹੋਇਆਂ ਬਤੀਤ ਕਰਵਾਉਣ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਹਰ ਮਹੀਨੇ ਦੁਆਰਾ ਸਾਨੂੰ ਪਾਵਨ ਉਪਦੇਸ਼ ਗੁਰਬਾਣੀ ਅੰਦਰ ਬਖਸ਼ਿਸ਼ ਕੀਤਾ ਹੈ। ਦਿਹਾੜਾ ਕੋਈ ਵੀ ਹੋਵੇ, ਹਰ ਦਿਹਾੜੇ ਦਾ ਮੁੱਖ ਮਨੋਰਥ ਸਤਿਗੁਰਾਂ ਨੇ ਇਹ ਰੱਖਿਆ ਹੈ ਕਿ ਨਿਰੰਕਾਰ ਨਾਲ ਜੁੜਨਾ ਹੈ, ਪਰਮੇਸ਼ਰ ਨਾਲ ਜੁੜ ਕਰਕੇ ਆਪਣਾ ਜੀਵਨ ਸਵਾਰਨਾ ਹੈ। ਤੇ ਹਰ ਦਿਹਾੜੇ ਦੁਆਰਾ ਸਿਧਾਂਤ ਬਖਸ਼ਿਸ਼ ਕੀਤਾ ਹੈ। ਇਸੇ ਤਰ੍ਹਾਂ ਇਸ ਸੰਗਰਾਂਦ ਦਾ ਦਿਹਾੜਾ ਵੀ ਗੁਰੂ ਘਰ ਵਿੱਚ ਮਨਾਇਆ ਜਾਂਦਾ ਹੈ ਅਤੇ ਸੰਗਤਾਂ ਸਤਿਗੁਰਾਂ ਦੀ ਗੋਦ ਅੰਦਰ ਬੈਠ ਕਰਕੇ ਗੁਰੂ ਉਪਦੇਸ਼ ਸਰਵਣ ਕਰਕੇ ਆਪਣਾ ਜੀਵਨ ਸਵਾਰਦੇ ਨੇ। ਸੋ ਸਾਉਣ ਦੇ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿੱਚ ਆਪ ਜੀ ਨੇ 12 ਮਾਹ ਦੀ ਪਾਵਨ ਬਾਣੀ ਦਾ ਪਾਠ ਹੁਣੇ ਸਰਵਣ ਕੀਤਾ ਹੈ। ਆਓ ਸਤਿਗੁਰਾਂ ਦੀ ਕਿਰਪਾ ਦੁਆਰਾ ਜੋ ਅੱਜ ਦੇ ਮਹੀਨੇ ਰਾਹੀਂ ਸਤਿਗੁਰੂ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਉਹ ਪਾਵਨ ਉਪਦੇਸ਼ ਸਰਵਣ ਕਰਕੇ ਉਸ ਪਾਵਨ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕਰਕੇ ਉਹਦੀ ਕਮਾਈ ਕਰਕੇ ਆਪਣਾ ਜੀਵਨ ਸਵਾਰੀਏ। ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਨਾ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰੋ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰਬਾਣੀ ਰਚਨਹਾਰ, ਸ਼ਾਂਤੀ ਦੇ ਸੋਮੇ, ਗੰਭੀਰਤਾ ਦੇ ਸਾਗਰ, ਪ੍ਰਤੱਖ ਹਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਵਣ ਦੇ ਮਹੀਨੇ ਦੁਆਰਾ ਬਖਸ਼ਿਸ਼ ਕਰ ਰਹੇ ਨੇ। ਸਾਵਣ ਸਰਸੀ ਕਾਮਣੀ। ਕਾਮਣੀ ਦਾ ਅਰਥ ਹੈ ਇਸਤਰੀ, ਕਿ ਉਹ ਜੀਵ ਰੂਪੀ ਇਸਤਰੀ। ਸਰਸੀ ਦਾ ਅਰਥ ਹੁੰਦਾ ਸਾਰਸੀ, ਪਰਮੇਸ਼ਰ ਦੇ ਨਾਮ ਦੇ ਸਹਿਤ ਹੋਈ ਹੈ, ਅਥਵਾ ਕਿ ਉਹ ਜੀਵ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਰੰਗਿਆ ਗਿਆ ਹੈ। ਚਰਨ ਕਮਲ ਸਿਉ ਪਿਆਰ। ਜਿਸ ਜੀਵ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਪੈ ਗਿਆ ਹੈ, ਉਸ ਜੀਵ ਦਾ ਜੀਵਨ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਨਾਲ ਇੱਕ ਹੋਰ ਵੀ ਦਿਹਾੜਾ ਹੈ ਜੋ ਅੱਜ ਦੇ ਦਿਨ ਕੌਮ ਵਿੱਚ ਮਨਾਇਆ ਜਾਂਦਾ ਹੈ, ਉਹਦਾ ਵੀ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਾਂਗਾ। ਉਹ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦਾ ਜ਼ਿਕਰ ਅਰਦਾਸ ਦੀ ਤੀਸਰੀ ਪੌੜੀ ਵਿੱਚ ਵੀ ਆਪਾਂ ਸਰਵਣ ਕਰਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ। ਇਹ ਜੋ ਖੋਪਰੀਆਂ ਲੋਹਾਈਆਂ ਸ਼ਬਦ ਆਉਂਦਾ ਨਾ, ਕਿਹਨਾਂ ਨੇ ਖੋਪਰ ਲਵਾਇਆ? ਸ਼ਹੀਦ ਭਾਈ ਤਾਰੂ ਸਿੰਘ ਜੀ ਨੇ। ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਅੱਜ ਦੇ ਦਿਨ ਹੈ। ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਹਿਆ। ਤਿਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪਾਂ ਇਹ ਸ਼ਬਦ ਪੜ੍ਹਦੇ ਹਾਂ। ਭਾਵ ਕਿ ਭਾਈ ਤਾਰੂ ਸਿੰਘ ਜੀ ਸ਼ਹੀਦ, ਤਿੰਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਸੰਖੇਪ ਰੂਪ ਵਿੱਚ ਆਪਾਂ ਉਹ ਵੀ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਉਹ ਜੀਵ ਰੂਪੀ ਇਸਤਰੀ ਪਰਮੇਸ਼ਰ ਦੇ ਨਾਮ ਰਸ ਸਹਿਤ ਹੋਈ ਹੈ, ਜਿਸ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਬਣ ਗਿਆ ਹੈ। ਸਾਵਣ ਸਰਸੀ, ਇਹ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰ ਆਇਆ ਹੈ। ਕਿਤੇ ਸਰਸੀ ਆਇਆ ਹੈ, ਕਿਤੇ ਸਰਸੇ ਆਇਆ ਹੈ, ਕਿਤੇ ਸਰਸਾ ਵੀ ਆਇਆ ਹੈ। ਜਿੱਥੇ ਸਰਸੇ ਆ ਗਿਆ ਉੱਥੇ ਪਖੰਡੀਆਂ ਨੇ ਇਹਦਾ ਅਰਥ ਗਲਤ ਕਰਕੇ ਬੜੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਹ ਆਪ ਜੀ ਨੂੰ ਪਤਾ ਹੈ, ਮੈਂ ਥੋੜਾ ਜਿਹਾ ਖੁਲਾਸਾ ਕਰ ਦੇਵਾਂ। ਜਿਵੇਂ ਆਨੰਦ ਸਾਹਿਬ ਦੀ ਬਾਣੀ ਦੀ ਸੰਪੂਰਨਤਾ ਤੇ ਅਸੀਂ ਬਚਨ ਪੜ੍ਹਦੇ ਹਾਂ, ਆਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੇ। ਹੁਣ ਇਸ ਸ਼ਬਦ ਦੀ ਗਲਤ ਵਿਆਖਿਆ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਜਿੰਨੇ ਵੀ ਸੰਤ ਨੇ, ਸੱਜਣ ਨੇ, ਉਹ ਸਰਸੇ ਵਿੱਚ ਹੀ ਹੋਏ।
ਧਿਆਨ ਦੇਣਾ। ਪਹਿਲੀ ਗੱਲ ਤੇ ਉਦੋਂ ਅਜੇ ਸਰਸਾ ਸ਼ਹਿਰ ਵੀ ਨਹੀਂ ਵਸਿਆ ਹੋਊਗਾ, ਤੇ ਦੂਜੀ ਗੱਲ ਇਹ ਸਰਸਾ ਹੈ ਹੀ ਨਹੀਂ, ਇਹਨੂੰ ਸਿਰਸਾ ਕਹਿੰਦੇ ਆ। ਕਿਤੇ ਪੜ੍ਹ ਕੇ ਵੇਖਿਓ ਲਿਖਤਾਂ ਵਿੱਚ ਸਿਰਸਾ ਲਿਖਿਆ ਹੈ, ਸਰਸਾ ਨਹੀਂ ਗਾ। ਸਰਸਾ ਨਦੀ ਤੇ ਉਹ ਹੈ ਜਿੱਥੇ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਪਿਆ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਇਸ ਨੂੰ ਸਮਝਣ ਦੀ ਲੋੜ ਹੈ। ਪਰ ਉਹਨਾਂ ਲੋਕਾਂ ਨੇ ਗੁੰਮਰਾਹ ਕੀਤਾ ਹੈ ਅਤੇ ਸਰਸੇ ਦੇ ਵਿੱਚ ਇੱਕ ਪਖੰਡ ਦੀ ਦੁਕਾਨ ਚਲਾਈ ਅਤੇ ਜਿਸ ਦਾ ਨਾਂ ਤੇ ਗੁਰਮੀਤ ਸਿਉਂ ਸੀ। ਲੋਕਾਂ ਨੂੰ ਗੁੰਮਰਾਹ ਕਰਕੇ ਉਹਨੇ ਸਾਰੇ ਧਰਮਾਂ ਦੇ ਨਾਂ ਆਪਣੇ ਨਾਲ ਜੋੜ ਲਏ। ਗੁਰਮੀਤ, ਰਾਮ, ਰਹੀਮ, ਸਿਉਂ ਲਿਖ ਲਿਆ ਤੇ ਆਪਣੀ ਦੁਕਾਨ ਦਾ ਨਾਂ ਰੱਖਿਆ ਸੱਚਾ ਸੌਦਾ। ਹੁਣ ਇਹ ਵੀ ਸ਼ਬਦ ਗੁਰੂ ਨਾਨਕ ਦਾ ਚੋਰੀ ਕੀਤਾ, ਕਿਉਂਕਿ ਇਹ ਸ਼ਬਦ ਤਾਂ ਗੁਰੂ ਨਾਨਕ ਸਾਹਿਬ ਦਾ, ਸੱਚਾ ਸੌਦਾ ਤੇ ਗੁਰੂ ਨਾਨਕ ਸਾਹਿਬ ਨੇ ਕੀਤਾ। ਤੇ ਵੇਖੋ ਜਦੋਂ ਕਿਸੇ ਨੂੰ ਲੁੱਟਣਾ ਹੋਵੇ ਉਦੋਂ ਲੇਬਲ ਫਿਰ ਚੰਗਾ ਹੀ ਲਾਉਣਾ ਪੈਂਦਾ ਨਾ, ਮਾੜਾ ਲੇਬਲ ਲਾਇਆ ਥੋੜ੍ਹਾ ਕੋਈ ਲੁੱਟਿਆ ਜਾਂਦਾ। ਪਰ ਹੈ ਉੱਥੇ ਝੂਠ ਦਾ ਸੌਦਾ। ਮਾਇਆ ਕੀ ਹੈ? ਝੂਠ ਹੀ ਹੈ ਨਾ। ਤੇ ਮਾਇਆ ਦੇ ਦੇ ਕੇ ਲੋਕਾਂ ਨੂੰ ਮਗਰ ਲਾਉਣਾ ਝੂਠ ਦਾ ਸੌਦਾ ਹੀ ਹੈ ਨਾ। ਆਪਣੇ ਮਗਰ ਲਾਉਣਾ, ਆਪਣੇ ਨਾਲ ਜੋੜਨਾ। ਹੁਣ ਤਾਂ ਤੁਹਾਨੂੰ ਪਤਾ ਉਹ ਕੀ ਕੁਝ ਕਰਦਾ, ਨਾਚਾ ਬਣ ਗਿਆ, ਫਿਲਮੀ ਐਕਟਰ ਬਣ ਗਿਆ, ਪਰ ਮੂਰਖ ਲੋਕ ਅਜੇ ਵੀ ਉਹਨੂੰ ਰੱਬ ਮੰਨੀ ਬੈਠੇ। ਇੱਕ ਐਕਟਰ ਨੂੰ ਐਕਟਰ ਤਾਂ ਕਿਹਾ ਜਾ ਸਕਦਾ। ਫਿਲਮਾਂ ਬਣਾਉਣ ਲੱਗ ਪਿਆ, ਨੱਚਣ ਲੱਗ ਪਿਆ ਅਰਧ ਨੰਗੀਆਂ ਇਸਤਰੀਆਂ ਦੇ ਨਾਲ, ਗੰਦੇ ਗੀਤ ਗਾਉਣ ਲੱਗ ਪਿਆ, ਫਿਰ ਵੀ ਮੂਰਖ ਲੋਕ ਉਹਨੂੰ ਗੁਰੂ ਮੰਨੀ ਜਾਂਦੇ ਆ। ਸੋ ਗੁਰਮੁਖੋ ਕਹਿ ਦਿੰਦੇ ਨੇ ਵੀ ਜਿੰਨੇ ਵੀ ਸੰਤ ਤੇ ਸੱਜਣ ਸਰਸੇ ਹੋਏ ਆ। ਫਿਰ ਆਹ ਜਿਹੜਾ ਸ਼ਬਦ ਆਇਆ ਹੈ, ਮਹਾਰਾਜ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਇਹਦਾ ਫਿਰ ਕੀ ਅਰਥ ਕਰੋ ਵੀ ਜਿਹੜੀ ਸਰਸੀ ਆ ਉਹ ਕਿੱਥੇ, ਫਿਰ ਉਹ ਵੀ ਦਿਖਾਓ ਨਾ, ਪਤਾ ਲੱਗੇ ਨਾ। ਇਹ ਸ਼ਬਦ ਜਿਹੜੇ ਗੁਰਬਾਣੀ ਵਿੱਚ ਆਏ ਆ ਨਾ, ਇਹਨਾਂ ਦੇ ਅਰਥ ਕੁਝ ਹੋਰ ਨੇ। ਜਿਵੇਂ ਆ ਕਾਦੀਆਂ ਦੇ ਮੁਸਲਮਾਨਾਂ ਨੇ ਅਰਥ ਗਲਤ ਕਰ ਲਿਆ ਜਪਜੀ ਸਾਹਿਬ ਦਾ। ਉਹ ਕਹਿੰਦੇ ਵਕਤ ਨਾ ਪਾਇਓ ਕਾਦੀਆਂ। ਦੱਸੋ ਕਿ ਕਾਦੀਆਂ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਵਕਤ ਨਹੀਂ ਪਊਗਾ। ਤੇ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ, ਤੁਹਾਡੇ ਤੇ ਕੋਈ ਵਕਤ ਨਹੀਂ ਪੈਂਦਾ। ਅਰਥ ਹੀ ਲੋਕਾਂ ਨੂੰ ਗਲਤ ਕਰਕੇ ਗੁੰਮਰਾਹ ਕਰਨਾ। ਉੱਥੇ ਕਾਦੀਆ ਪਾਠ ਹੈ, ਕਾਦੀਆ ਦਾ ਅਰਥ ਹੈ ਕਾਜੀਆਂ। ਵੀ ਕਾਜੀਆਂ ਨੂੰ ਵੀ ਉਸ ਵਕਤ ਦਾ ਪਤਾ ਨਹੀਂ ਗਾ, ਸਮੇਂ ਦਾ ਪਤਾ ਨਹੀਂ ਜਦੋਂ ਰੱਬ ਨੇ ਸ੍ਰਿਸ਼ਟੀ ਬਣਾਈ। ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਪਖੰਡੀਆਂ ਨੇ। ਜਿਵੇਂ ਨਰਕਧਾਰੀਆਂ ਨੇ, ਜਿਨ੍ਹਾਂ ਨੂੰ ਲੋਕ ਨਿਰੰਕਾਰੀ ਕਹਿੰਦੇ ਨੇ, ਉਹਨਾਂ ਨੇ ਵੀ ਗੁਰਬਾਣੀ ਵਿੱਚੋਂ ਜਿਹੜੇ ਨਿਰੰਕਾਰ ਦੇ ਪ੍ਰਥਾਏ ਸ਼ਬਦ ਨੇ ਉਹ ਚੁਣ ਕਰਕੇ ਆਪਣੇ ਨਾਲ ਜੋੜ ਲਏ ਵੀ ਸਾਡੇ ਬਾਰੇ ਹੀ ਗੱਲ ਕੀਤੀ, ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਤੇ ਰਾਧਾ ਸੁਆਮੀਆਂ ਨੇ ਜਿਹੜਾ ਸੁਆਮੀ ਸ਼ਬਦ ਆਉਂਦਾ ਗੁਰਬਾਣੀ ਵਿੱਚ ਉਹ ਚੁਣ ਲਿਆ। ਵੇਖੋ ਜੀ ਸੁਆਮੀ ਲਿਖਿਆ ਹੈ। ਧਿਆਨ ਦੇਣਾ, ਸੁਆਮੀ ਦਾ ਅਰਥ ਮਾਲਕ ਹੈ। ਪਰ ਜਿਹੜਾ ਤੁਹਾਡਾ ਰਾਧਾ ਸੁਆਮੀ ਦਾ ਸਿਸਟਮ ਚੱਲਿਆ ਹੈ, ਇਹ ਸਾਨੂੰ ਪਤਾ ਕਿੱਥੋਂ ਚੱਲਿਆ ਕਿ ਰਾਧਾ ਸੁਆਮੀ ਡੇਰੇ ਦਾ ਪਹਿਲਾ ਮੁਖੀ ਜਿਹੜਾ ਉਹ ਸ਼ਿਵ ਦਿਆਲ ਹੋਇਆ। ਉਹਦੀ ਘਰਵਾਲੀ ਦਾ ਨਾਂ ਰਾਧਾ ਸੀ। ਤੇ ਹਿੰਦੂ ਮਤ ਵਿੱਚ ਪੁਰਾਣੇ ਸਮੇਂ ਵਿੱਚ ਵੀ ਅਵਤਾਰਾਂ ਦੇ ਵਾਲੇ ਦੀ ਗੱਲ ਪੜ੍ਹੋਗੇ ਤੇ ਆਪਣੇ ਘਰ ਵਾਲੇ ਨੂੰ ਸੁਆਮੀ ਜੀ ਕਹਿੰਦੀ ਬੀਬੀ। ਅੱਜ ਵੀ ਤੁਸੀਂ ਵੇਖ ਸਕਦੇ ਹੋ। ਸੋ ਹੋ ਸਕਦਾ ਤੁਸੀਂ ਰਾਮ ਲੀਲਾ ਵੇਖੀ ਹੋਵੇ ਤੇ ਉਹਦੇ ਵਿੱਚ ਸੀਤਾ ਵੀ ਆਪਣੇ ਪਤੀ ਰਾਮ ਨੂੰ ਸੁਆਮੀ ਜੀ ਕਹਿੰਦੀ, ਲਿਖਤ ਵੀ ਹੈ ਰਮਾਇਣ ਦੇ ਵਿੱਚ। ਹੁਣ ਉਹ ਰਾਧਾ ਉਹਦੀ ਘਰ ਦੀ ਦਾ ਨਾਂ ਸੀ ਤੇ ਉਹ ਆਪਣੇ ਘਰ ਵਾਲੇ ਨੂੰ ਸੁਆਮੀ ਕਹਿੰਦੀ ਸੀ। ਬਸ ਜਿੱਦਣ ਉਹ ਮਰ ਗਿਆ ਉਹਨਾਂ ਦੇ ਨਾਂ 'ਤੇ ਰਾਧਾ ਸੁਆਮੀ ਮੱਤ ਚੱਲ ਪਿਆ ਤੇ ਲੋਕ ਰਾਧਾ ਸੁਆਮੀ ਜਪੀ ਜਾਂਦੇ ਆ। ਕੀ ਤੁਹਾਡੀ ਕਲਿਆਣ ਹੋ ਜੂ ਬੁੜੀ ਬੰਦੇ ਦਾ ਜਾਪ ਕੀਤਿਆਂ? ਇਹ ਤਾਂ ਘਰਾਂ 'ਚ ਅਸੀਂ ਰੋਜ਼ ਹੀ ਕਰਦੇ ਹਾਂ, ਆਪਣੀ ਪਤਨੀ ਨੂੰ ਵੀ ਯਾਦ ਕਰਦੇ ਹਾਂ, ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇੱਦਾਂ ਯਾਦ ਕਰਨ ਨਾਲ ਕੀ ਕਲਿਆਣ ਹੋ ਜਾਊ? ਇਹ ਕੋਈ ਰੱਬ ਦਾ ਨਾਂ ਜਪਣਾ ਨਹੀਂ, ਇਹ ਤਾਂ ਬੰਦੇ ਬੁੜੀ ਦਾ ਨਾਮ ਜਪਣਾ ਹੈ। ਉਹ ਦੋਨਾਂ ਦਾ ਨਾਂ ਸੀ।
ਤੇ ਹੁਣ ਉਹਨਾਂ ਦੇ ਇੱਕ ਚੇਲੇ ਨੇ ਇਹਦੇ ਅਰਥ ਬਦਲ ਦਿੱਤੇ ਵੀ ਪਤਾ ਵਾ ਹੁਣ ਸਾਨੂੰ ਜਵਾਬ ਨਹੀਂ ਆਉਣਾ, ਆ ਹੁਣ ਜੀ ਬਦਲੇ ਆ, ਥੋੜਾ ਚਿਰ ਹੀ ਹੋਇਆ, ਪਹਿਲਾਂ ਨਹੀਂ। ਉਹ ਹੁਣ ਕਹਿਣ ਲੱਗ ਪਏ ਨਹੀਂ ਜੀ, ਰਾਧਾ ਨਾਮ ਰੂਹ ਦਾ ਹੈ ਤੇ ਸਵਾਮੀ ਨਾਮ ਮਾਲਕ ਦਾ ਹੈ, ਕਿ ਇਹ ਜਿਹੜੀ ਰੂਹ ਹੈ ਇਹ ਮਾਲਕ ਵਿੱਚ ਲੀਨ। ਉਹ ਜਿਹੜੇ ਮਰਜ਼ੀ ਅਰਥ ਬਣਾਈ ਫਿਰ ਹੁਣ ਕਿਹੜੀ ਗੱਲ, ਜਿੱਥੋਂ ਚੱਲਿਆ ਹੈ ਉਹ ਗੱਲ ਤਾਂ ਮਿਟਣੀ ਨਹੀਂ, ਭਾਵੇਂ ਜੋ ਮਰਜ਼ੀ ਯਤਨ ਕਰ ਲਓ। ਸੋ ਮੇਰਾ ਕਿਸੇ ਨਾਲ ਵੈਰ ਨਹੀਂ, ਜਿੰਨੀ ਕੁ ਮੈਂ ਸਟੇਟਮੈਂਟ ਤੁਹਾਡੇ ਸਾਹਮਣੇ ਰੱਖੀ ਹੈ ਮੇਰੇ ਕੋਲ ਲਿਖਤ ਹੈ, ਜੇ ਕਿਸੇ ਨੂੰ ਸ਼ੱਕ ਹੋਵੇ ਤੇ ਮੈਂ ਦਿਖਾ ਸਕਦਾ ਕਿ ਆ ਵੇਖੋ ਇਹਨਾਂ ਦਾ ਜਦੋਂ ਮੱਤ ਚੱਲਿਆ ਹੈ ਤੇ ਜਿਹੜਾ ਇਹਨਾਂ ਦਾ ਪਹਿਲਾ ਮੁਖੀ ਉਹਦਾ ਨਾਮ ਪੜ੍ਹ ਲਓ, ਸ਼ਿਵ ਦਿਆਲ, ਉਹਨੂੰ ਸਵਾਮੀ ਕਹਿੰਦੇ ਸਨ। ਧਿਆਨ ਦੇਣਾ। ਉਸ ਤੋਂ ਬਾਅਦ ਜਦੋਂ ਸ਼ੁਰੂਆਤ ਹੋਈ ਸੀ ਨਾ, ਉਦੋਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਹੋਈ ਹੈ। ਕੋਈ ਵੀ ਡੇਰਾ ਜਦੋਂ ਚੱਲਦਾ ਨਾ ਪਖੰਡੀ ਦਾ, ਉਹ ਚੱਲਦਾ ਗੁਰੂ ਗ੍ਰੰਥ ਸਾਹਿਬ ਤੋਂ ਹੀ ਹੈ, ਮੁੜ ਕੇ ਆਪਣੇ ਵੱਲ ਲੈ ਤੁਰਦੇ। ਫਿਰ ਗੁਰੂ ਪਿਆਰ ਵਾਲਿਓ ਦੂਜਾ ਮੁਖੀ ਜਿਹੜਾ ਜੈਮਲ ਸਿੰਘ ਹੋਇਆ, ਉਹ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਸੀ। ਉਹਨਾਂ ਅੰਗਰੇਜ਼ਾਂ ਨੇ ਭੇਜਿਆ ਵੀ ਸਿੱਖਾਂ ਨੂੰ ਕਿਵੇਂ ਤੋੜਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ। ਫਿਰ ਉਹਨੂੰ ਦੂਜਾ ਮੁਖੀ ਬਣਾਇਆ। ਉਹਨੇ ਆਖਿਆ ਜੀ ਮੈਂ ਗੁਰਮਤਿ ਦਾ ਪ੍ਰਚਾਰ ਕਰਨਾ ਹੈ ਤੇ ਮੈਨੂੰ ਥਾਂ ਦਿੱਤੀ ਜਾਵੇ। ਲੋਕ ਜਿਹੜੇ ਭਾਵਨਾ ਵਾਲੇ ਸੀ ਉਹਨਾਂ ਆਖਿਆ ਚਲੋ ਗੁਰੂ ਘਰ ਦਾ ਪ੍ਰਚਾਰ ਹੋਵੇਗਾ, ਹੋਰ ਕੀ ਚਾਹੀਦਾ। ਉਹਨਾਂ ਨੇ ਕੀ ਕੀਤਾ ਵੀ 9 ਕਨਾਲਾਂ ਜ਼ਮੀਨ ਦਿੱਤੀ ਇਹਨੂੰ, ਜਿਹੜੀ ਬਿਆਸ ਡੇਰੇ ਵਿੱਚ ਮੁੱਖ ਹੈ ਜਿੱਥੇ ਡੇਰਾ ਬਣਿਆ। 9 ਕਨਾਲਾਂ ਜ਼ਮੀਨ ਪਿੰਡ ਦੇ ਲੋਕਾਂ ਨੇ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ। ਤੁਸੀਂ ਅੱਜ ਵੀ ਪੜ੍ਹ ਸਕਦੇ ਹੋ। ਜੇ ਕਿਸੇ ਨੇ ਬਹੁਤੇ ਵਿਸਥਾਰ ਨਾਲ ਪੜ੍ਹਨਾ ਹੋਵੇ ਤਾਂ ਮੈਂ ਇੱਕ ਬੁੱਕ ਦਾ ਨਾਂ ਦੱਸ ਦਿੰਦਾ, ਰਾਧਾ ਸੁਆਮੀ ਮਤ ਦਰਪਣ ਗਿਆਨੀ ਪ੍ਰਤਾਪ ਸਿੰਘ ਨੇ ਲਿਖੀ ਹੈ, ਤੁਸੀਂ ਪੜ੍ਹ ਸਕਦੇ, ਬੜੀ ਡਿਟੇਲ ਨਾਲ ਲਿਖੀ। ਹੋਰ ਵੀ ਬੁੱਕਾਂ ਬੜੀਆਂ, ਇੱਕ ਹੀ ਪੜ੍ਹ ਲਓ ਤੁਸੀਂ ਪਹਿਲਾਂ। ਧਿਆਨ ਦੇਣਾ, ਉਹਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਹੈ ਵੀ ਕਿੰਨੇ ਉਹ ਜ਼ਮੀਨ ਦਿੱਤੀ ਹੈ, ਉਹਦਾ ਵੀ ਨਾਂ ਹੈ ਸਾਰਾ ਪਿੱਛੋਂ ਤੱਕ, ਤੇ ਕਿਹੜੇ ਕਿਹੜੇ ਗਵਾਸ, ਕਿਹੜਾ ਨੰਬਰਦਾਰ ਸੀ, ਸਾਰਾ ਕੁਝ ਉਹਦੀ ਡਿਟੇਲ ਹੈ। ਧਿਆਨ ਦੇਣਾ। ਤੇ ਗੁਰੂ ਪਿਆਰ ਵਾਲਿਓ 9 ਕਨਾਲਾਂ ਜ਼ਮੀਨ ਦਿੱਤੀ ਸੀ, ਜਿਹੜੀ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ, ਜਿੱਥੇ ਮੁੱਖ ਡੇਰਾ ਹੈ ਰਾਧਾ ਸੁਆਮੀਆਂ ਦਾ। ਸ਼੍ਰੋਮਣੀ ਕਮੇਟੀ ਨੇ ਕੇਸ ਵੀ ਕੀਤਾ ਸੀ, ਜਿੱਤਿਆ ਵੀ ਹੈ, ਪਰ ਉਹ ਵੀ ਸਰਕਾਰ ਨਾਲ ਰਲੀ ਹੋਈ, ਇਸ ਕਰਕੇ ਉੱਥੇ ਕਬਜ਼ਾ ਨਹੀਂ ਕੀਤਾ ਅਜੇ ਤੱਕ। ਜ਼ਮੀਨ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ, ਇਹਦੇ ਪੁਖਤਾ ਸਬੂਤ ਨੇ, ਸਮਝਣ ਦੀ ਲੋੜ ਹੈ। ਫਿਰ ਜਦੋਂ ਜੈਮਲ ਸਿੰਘ ਨੇ ਇਹ ਕਹਿ ਕੇ ਕਿ ਮੈਂ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ, ਡੇਰਾ ਬਣਾ ਕਰਕੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ। ਅੱਜ ਦੀ ਪਹਿਲਾਂ ਕੁਝ ਸਮਾਂ ਗੁਰਬਾਣੀ ਵਿੱਚੋਂ ਪ੍ਰਚਾਰ ਕਰਦਿਆਂ ਹੌਲੀ ਹੌਲੀ ਫਿਰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਜਦੋਂ ਵਾਹਵਾ ਲੋਕ ਜੁੜ ਗਏ, ਸੋ 1958 ਦੇ ਵਿੱਚ ਫਿਰ ਗੁਰਮੁਖੋ ਵਿਰੋਧ ਹੋਇਆ ਵੀ ਆਪਣੀ ਪੂਜਾ ਕਰਵਾਉਣ ਲੱਗ ਪਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ। ਫਿਰ ਇਹਦੇ ਕੋਲ ਜਦੋਂ ਸਿੰਘ ਗਏ ਵੀ ਭਾਈ ਨਹੀਂ ਇਹ ਕੰਮ ਨਹੀਂ ਹੋ ਸਕਦਾ, ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਗੁਰੂ ਕਹਾਉਂਦਾ, ਮੱਥੇ ਟਿਕਾਉਣਾ ਹੈ। ਇਹ ਕਹਿਣ ਲੱਗਾ ਤੁਸੀਂ ਆਪਣਾ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਜਾਓ, ਮੈਂ ਤਾਂ ਇੱਦਾਂ ਹੀ ਟਿਕਾਉਣਾ। ਉਦੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨਾਂ ਨੇ ਚੁਕਾ ਦਿੱਤਾ ਤੇ ਆਪਣੀ ਫਿਰ ਗੱਦੀ ਚਲਾ ਲਈ, ਲੋਕਾਂ ਨੂੰ ਮਗਰ ਲਾਇਆ। ਇਹ ਬਿਲਕੁਲ ਮੈਂ 100 ਦੇ ਵਿੱਚੋਂ 2% ਹੀ ਤੁਹਾਡੇ ਸਾਹਮਣੇ ਰੱਖਿਆ ਹੈ, ਸਾਰਾ ਡਿਟੇਲ ਨਾਲ ਤਾਂ ਫਿਰ ਟਾਈਮ ਲੱਗੇਗਾ ਨਹੀਂ, ਤਾਂ ਕੇਵਲ ਇਸ਼ਾਰਾ ਮਾਤਰ ਹੀ ਤੁਹਾਨੂੰ ਦੱਸਿਆ ਹੈ। ਜੇ ਕਿਸੇ ਨੂੰ ਸ਼ੱਕ ਹੋਵੇ ਤੇ ਉਹ ਡਿਟੇਲ ਨਾਲ ਵੀ ਦੱਸ ਸਕਦੇ ਹਾਂ, ਕਿਉਂਕਿ ਅੱਜ ਆਪਾਂ ਗੁਰਬਾਣੀ ਦੇ ਸ਼ਬਦ ਦੀ ਵੀ ਪੂਰੀ ਵਿਆਖਿਆ ਕਰਨੀ ਹੈ। ਤਾਂ ਇਸ ਨੁਕਤਾ ਆਇਆ ਮੈਂ ਤਾਂ ਤੁਹਾਡੇ ਸਾਹਮਣੇ ਰੱਖਿਆ ਹੈ ਵੀ ਪਖੰਡੀ ਲੋਕ ਜਿਹੜੇ ਹੈ ਉਹ ਗੁੰਮਰਾਹ ਕਿਵੇਂ ਕਰਦੇ। ਜਿਹੜੇ ਰਾਧਾ ਸੁਆਮੀਆਂ ਨਾਲ ਭੋਲੇ ਭਾੜੇ ਲੋਕ ਜੁੜੇ ਆ ਨਾ, ਉਹ ਇਹ ਗੱਲ ਕਹਿ ਦਿੰਦੇ ਆ ਨਹੀਂ ਜੀ ਬਾਬਾ ਜੀ ਉਹ ਤਾਂ ਗੁਰਬਾਣੀ ਤੋਂ ਬਾਹਰ ਦੀ ਗੱਲ ਨਹੀਂ ਕਰਦੇ। ਉਹਨਾਂ ਕੋਲ ਹੈ ਵੀ ਕੀ ਹੈ ਗੁਰਬਾਣੀ ਤੋਂ, ਕਿਸੇ ਕੋਲ ਹੈਗਾ ਕੁਝ? ਸਭ ਕੁਝ ਤਾਂ ਗੁਰਬਾਣੀ ਹੈ। ਮਹਾਰਾਜ ਕਹਿ ਗਏ ਆ ਵੀ ਗੁਰਬਾਣੀ ਤੋਂ ਅੱਗੇ ਕੁਝ ਵੀ ਨਹੀਂ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਵੇਖੋ ਗੁਰਬਾਣੀ ਦੀ ਵਿਆਖਿਆ ਜ਼ਰੂਰ ਕਰਦੇ ਹੋ, ਪਰ ਗੁਰਬਾਣੀ ਦੀ ਵਿਆਖਿਆ ਕਰਕੇ ਆਪਣੇ ਨਾਲ ਜੋੜਦੇ। ਗੁਰਬਾਣੀ ਦੀ ਵਿਆਖਿਆ ਕਰਕੇ ਆਪਣੇ ਨਾਲ ਜੋੜਦੇ। ਹੁਣ ਮੰਨ ਲਓ ਜੇ ਮੈਂ ਆਪਣੇ ਨਾਲ ਜੋੜਨਾ ਹੋਵੇ, ਤੁਹਾਨੂੰ ਮੈਂ ਇੱਕ ਸ਼ਬਦ ਦੀ ਉਦਾਹਰਨ ਦੇ ਦਿੰਦਾ। ਜੇ ਮੈਂ ਆਪਣੇ ਨਾਲ ਕਿਸੇ ਨੂੰ ਜੋੜਨਾ ਹੋਵੇ, ਕਿੱਦਾਂ ਜੋੜਿਆ ਜਾ ਸਕਦਾ? ਇਹਨੂੰ ਇਹ ਨਾ ਸਮਝ ਲਿਓ ਕਿ ਮੈਂ ਆਪਣੇ ਨਾਲ ਜੋੜ ਰਿਹਾ। ਜੇ ਮੈਂ ਜੋੜਨਾ ਹੋਵੇ ਤੁਹਾਨੂੰ ਦੱਸ ਦਿੰਦਾ, 1-2 ਸ਼ਬਦ ਮੈਂ ਤੁਹਾਨੂੰ ਦੱਸ ਦਿੰਦਾ। ਹੁਣ ਜਿਵੇਂ ਬਚਨ ਆਪਾਂ ਪੜ੍ਹਿਆ, ਕੋਈ ਜਨ ਹਰਿ ਸਿਉ ਦੇਵੈ ਜੋਰ।
महाराज कहते कोई रब का प्यारा रब नाल जोड़ दे, चरण गाहों बकों सुभ रसना दीजह प्राण अगोर, मैं उहदे चरण फड़ लवां, मैं उहदा अपनी रसना तो जस करां, जे लोड़ पवे तो अपना शरीर भी उहदे तो निछावर कर दा। हुण अर्थ हो गया ना, ये तो अर्थ सही। हुण जे मैं आखां भी महाराज ने कहा भी वेखो जिहड़ा रब नाल जोड़दा उहदे चरण फड़ो, भी मैं भी तुहानूं रब नाल जोड़दा पिया, मेरे भी चरण फड़िया करो। गल आ गई ना मेरे ते। हुण अर्थ गलत करना होवे किहड़े तरीके लै जाओ, जिथे मर्जी लै जाओ। भी महाराज ने कहा बगों शुभ रसना, भी जिहड़ा कोई जोड़दा है ਉਹਦਾ जस करो, वडियाई करो। भाई तुसीं मेरी वडियाई करिया करो, मैं तुहानूं जोड़दा वां। ते महाराज ने कहा भी जे लोड़ पवे तो उहदे तो शरीर भी वार देना है, तुसीं मेरे वास्ते ये मैनूं शरीर अपना अर्पण कर दिओ। महाराज कहंदे आ, देखो गलत अर्थ करने हो गए ना, इस तरीके नाल गुमराह कीता। हुण तुहाडे विचों जिन्हां नूं नहीं बहुता पता, तुसीं थोड़ा कहना भी बाबे ने अर्थ गलत कीते जां गुरबाणी तो बाहर गया। गल तां मैं गुरबाणी दी कर रिहा। इस ढंग दे नाल लोकां नूं गलत पासे ला सकदे। इस करके ये एक सिर्फ एक शब्द की मैं दो पंक्तियां तुहानूं सुनाईयां, होर भी शब्द ऐसे है जिहदे अर्थ ये गलत करके अपने नाल जोड़ लैंदे। गुरबाणी दे विच हुण उहदा राखा एक हमारा स्वामी, ते मैं इन्हां दे एक यूट्यूब तो मैं व्याख्या सुनी है राधा स्वामी की इसे शब्द की। उत्थे इन्हां ने अर्थ ये कीते, वेखो जी स्वामी लिखिआ, राधा स्वामी का याद करना चाहिए। महाराज कहते हैं भी गुरबाणी भी कहती है भी राखा एक हमारा स्वामी, भी साडा राखा इको राधा स्वामी ही है। दसो हुण स्वामी का अर्थ गलत कर लिया, अपने नाल जोड़ लिया। इस ढंग नाल लोकां नूं गुमराह करके मगर लाया जाता है। पर मैं अक्सर बेनती करदा हुन्ना है, ना राधा स्वामी पूरा है, ना सरसे वाला, ना नूर महलिया, ना भनियारे वाला, ना कोई होर। पर जदों कोई विआह शादी हुंदी ना, भावें राधा स्वामी नूं मनण वाले आ, गुरु ग्रंथ साहिब तो बिना वो भी नहीं कर सकते। जां तो फिर राधा स्वामी के दुआले फेरे लिया करना, जे तुहाडा गुरु पूरा है लओ फेरे। सरसे वाले के दुआले तुहाडा गुरु पूरा है तो तुसीं मनदे उहनूं, असीं गुरु ग्रंथ साहिब नूं मनदे आ, ते सारे कारज गुरु ग्रंथ साहिब दे राहीं करदे। भावें आनंद कारज होवे, भावें मरग दा होवे, भावें कोई होर कारज होवे, असीं गुरु ग्रंथ साहिब तो बिना करदे ही नहीं। ते असीं थोड़ा तुहाडे गुरु कोल गए कदी भी हुण मनदे गुरु ग्रंथ साहिब नूं ते जाके उत्थे असीं अपने कारज करांगे। नहीं करके विखाओ, मैनूं लियाओ। साडा गुरु तो हर घर विच चरण पाउंदा है, तुहाडा गुरु आके विखावे के पिंड 'च, डरदा वड़दा नहीं किते। जे आया भी तो बादल नालों वध सिक्योरिटी लैके आऊगा। डर है ना, क्योंकि पता किसी ने गड्डी जाड़ देना, नहीं आ सकता। अज तक दसो अपने इलाके 'च किन्ने राधा स्वामी किसी के घर आया? राधा स्वामी आया किसी के घर? दसो, सिद्ध करो कोई। साडे सतगुरु पातशाह जी जदों शरीर रूप दे विच भी सी, जेकर मिलता है जिथे भी लोड़ पई आ उत्थे आए ने महाराज। अज झाड़ साहब भी अपने नेड़े 6वें पातशाह आए, खेमकर नूं गुरु 9वें पातशाह आए, जो भाई धंगाणे ने याद किया उदों भी आए, गुरु अमरदास जी भी आए। ध्यान देना अपने इलाके दे विच, सो इउं ध्यान देना भी कोई लिया के विखावे। मैं तो ये वचन कई बार अगे भी किया है भी जे तुहाडा गुरु पूरा है तो जदों कोई विआह शादी हुंदी फिर उदों काहतों गुरुद्वारे नूं भज्जे आउणे आ कि बाबा जी छेती करो हुण आनंद कारज कराउणा। फिर तुसीं अपने गुरु अगे करिया करो, असीं तुहानूं रोकदे ही नहीं, फिर नहीं तुहाडी विरोधता करांगे। असीं विरोधता तां करदे हां कि तुसीं दोगले बंदे आ। एक पासे राधा स्वामी नूं मन्नी जाने, जदों लोड़ पैंदी उदों गुरु ग्रंथ साहिब दी हजूरी 'च भज्जे आउणे। इस नूं समझण दा यतन करिओ। मेरा विशा नहीं सी, पर विशा बनिया किवें है, क्योंकि इत्थे शब्द आया सावण सरसी कामणी। इत्थे सरसी शब्द आया, गुरबाणी विच सरसे शब्द भी आउंदा। संत साजन भए सरसे पूरे गुर ते जानी। जिथों लोकां नूं गुमराह कीता जांदा है, सरसे वाला ये शब्द लैके गुमराह करदा है, राधा स्वामी स्वामी शब्द लै करके गुमराह कर रहे हैं। ते जिन्हां नूं लोक निरंकारी कहंदे ने, है तां नरकधारी, वो लोग निरंकार शब्द विचों लै करके लोगों को गुमराह कर रहे है। गुरबाणी के शब्द ते जिहड़े इन्हां ने नाम बनाए पंजां अखरां दे, उहदे विच भी गुरु ग्रंथ साहिब दे शब्द चोरी करके भरे आ। ते फिर जदों ये नाम दिंदे, पता की कहिंदे आ, जिहड़े इन्हां नूं मनदे उन्हां नूं पता होवेगा
ਵੀ ਇਹ ਕਹਿੰਦੇ ਨਾਮ ਅੱਗੇ नहीं दसना। ਉਹਦਾ ਕਾਰਨ ਕੀ है? क्यों नहीं दसना भला? ਕਾਰਨ ਕੀ है? ਉਹ ਚੀਜ਼ ਅੱਗੇ नहीं दसी ਜਾਂਦੀ ਜਿਹੜੀ चोरी ਦੀ ਹੁੰਦੀ। चोरी ਦੀ चीज़ हर बंदा छुपा के रखता है। ਉਹ ਨਾਮ ਤਾਂ ਨਹੀਂ ਅੱਗੇ ਦੱਸਣਾ ਹੁੰਦਾ ਹੈ ਕਿਉਂਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਚੋਰੀ ਕੀਤੇ ਨੇ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਣਾ ਇਹ ਤਾਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਉਹਦੇ ਨਾਲ ਭਲਾ ਹੋ ਰਿਹਾ ਹੈ, ਤੇ ਫਿਰ ਇਹਨਾਂ ਨਾਲ ਜੁੜਨ ਦੀ ਕੀ ਲੋੜ? ਇਹ ਸੋਝੀ ਆ ਜਾਣੀ ਲੋਕਾਂ। ਫਿਰ ਇਹ ਕਹਿੰਦੇ ਵੀ ਤੁਸੀਂ ਗੁਰਦੁਆਰੇ ਮੱਥਾ ਟੇਕਣ ਤਾਂ ਜਾ ਸਕਦੇ ਆ, ਪਰ ਉੱਥੇ ਕਥਾ ਨਹੀਂ ਸੁਣਦੇ। ਤੇ ਹੁਣ ਧਿਆਨ ਦਿਓ, ਇਹ ਕਹਿੰਦੇ ਹੈਗਾ ਕਿ ਉੱਥੇ ਕਥਾ ਨਹੀਂ ਸੁਣਨੀ। ਇਹਨਾਂ ਨੂੰ ਪਤਾ ਜੇ ਉੱਥੇ ਕਥਾ ਸੁਣਨ ਬਹਿ ਕੇ ਫਿਰ ਇਹਨਾਂ ਨੂੰ ਗਿਆਨ ਹੋ ਜਾਣਾ, ਫਿਰ ਸਾਡੇ ਕੋਲੋਂ ਆਉਣਾ ਹਟ ਜਾਣਾ। ਫਿਰ ਇਹ ਕਹਿੰਦੇ ਆ, ਰਾਧਾ ਸੁਆਮੀ ਇਹ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਇੱਕ ਕਿਤਾਬ ਹੈ, ਉਹ ਤੁਹਾਡਾ ਕੁਝ ਨਹੀਂ ਸਵਾਰ ਸਕਦੀ, ਸਾਡੇ ਤੋਂ ਬਿਨਾਂ ਕਿਸੇ ਨੇ ਭਲਾ ਨਹੀਂ ਕਰਨਾ। ਮੇਰੇ ਕੋਲ ਇਹ ਵੀਡੀਓ ਹੈ ਜਿਹਦੇ ਵਿੱਚ ਇਹ ਗੱਲ ਕਹੀ ਹੋਈ ਹੈ। ਜਿਹੜੇ ਲੋਕ ਕਹਿੰਦੇ ਨਾ ਉਹ ਜੀ ਗੁਰੂ ਗ੍ਰੰਥ ਸਾਹਿਬ ਨੂੰ ਬੜਾ ਮੰਨਦੇ ਆ, ਮੈਂ ਦਿਖਾਉਣਾ, ਆਓ ਮੇਰੇ ਕੋਲ। ਕੌਣ ਕਹਿੰਦਾ ਮੰਨਦਾ? ਇਸ ਨੂੰ ਸਮਝਣ ਦਾ ਯਤਨ ਕਰੋ। ਸਾਡੀ ਕਿਸੇ ਨਾਲ ਵਿਰੋਧਤਾ ਨਹੀਂ, ਆਪਣਾ ਜਿੱਦਾਂ ਮਰਜ਼ੀ ਕੋਈ ਦੁਕਾਨ ਚਲਾਈ ਜਾਵੇ, ਪਖੰਡ ਚਲਾਈ ਜਾਏ, ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ। ਪਰ ਗੁਰਮੁਖੋ ਜਦੋਂ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ 'ਤੇ ਅਟੈਕ ਕਰਦਾ ਹੈ, ਉਹਦਾ ਸਾਨੂੰ ਜਵਾਬ ਦੇਣਾ ਪੈਂਦਾ। ਹੋਰ ਗੱਲ ਕੋਈ ਨਹੀਂ ਗੀ। ਸਾਡੇ ਵੱਲੋਂ ਜਿੱਥੇ ਮਰਜ਼ੀ ਕੋਈ ਜਾਵੇ, ਅਸੀਂ ਕਿਸੇ ਨੂੰ ਬੰਨ੍ਹ ਕੇ ਥੋੜ੍ਹਾ ਰੋਕਣਾ ਵੀ ਭਾਈ ਨਾ ਮੰਨੇ। ਪਰ ਜਦੋਂ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ 'ਤੇ ਉਂਗਲ ਚੁੱਕਦਾ ਹੈ ਨਾ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਗਲਤ ਵਿਆਖਿਆ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਦਾ ਹੈ, ਉਹਦਾ ਜਵਾਬ ਦੇਣਾ ਸਾਡਾ ਫਰਜ਼ ਬਣਦਾ ਹੈ। ਸੋ ਇਹ ਗੱਲ ਧਿਆਨ ਨਾਲ ਸਮਝ ਲਿਓ ਕਿ ਜਿਹੜੇ ਗੁਰਬਾਣੀ ਵਿੱਚ ਇਹ ਸ਼ਬਦ ਆਉਂਦੇ ਨਾ, ਜਿਵੇਂ ਸੁਆਮੀ ਹੈ, ਇਹ ਵਾਹਿਗੁਰੂ ਪ੍ਰਥਾਇਆ ਹੈ। ਜਿਵੇਂ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਪਰਮੇਸ਼ਰ ਪ੍ਰਥਾਈ ਮਹਾਰਾਜ ਨੇ ਵਰਤਿਆ ਵੀ ਕਿਸੇ ਇਹੋ ਜਿਹੀ ਪੰਥ ਬਾਰੇ ਨਹੀਂ ਜਿਹੜੇ ਵੀ ਆਪਣੇ ਚਲਾਏ ਹੋਏ ਨੇ। ਸੋ ਗੁਰੂ ਪਿਆਰ ਵਾਲਿਓ, ਇਸੇ ਤਰ੍ਹਾਂ ਜਿਹੜੇ ਸਰਸੇ ਸ਼ਬਦ ਗੁਰਬਾਣੀ ਵਿੱਚ, ਸਰਸੇ, ਸਰਸਾ ਤੇ ਸਰਸੀ, ਤਿੰਨ ਸ਼ਬਦ ਆਉਂਦੇ, ਤੇ ਚੌਥਾ ਆਉਂਦਾ ਸਰਸਿਆ। ਇਹ ਚਾਰ ਸ਼ਬਦ ਆਉਂਦੇ ਗੁਰਬਾਣੀ ਦੇ ਵਿੱਚ। ਇਹਨੂੰ ਸਮਝਣ ਦੀ ਲੋੜ ਹੈ। ਇਹਨਾਂ ਚੌਂ ਹੀ ਸ਼ਬਦਾਂ ਦਾ ਅਰਥ ਇੱਕੋ ਹੀ ਹੈ, ਕਿਉਂਕਿ ਜਿਹੜਾ ਸਰਸੇ ਸ਼ਬਦ ਆਉਂਦਾ ਉਹਦਾ ਅਰਥ ਹੈ ਸਾ ਰਸੇ, ਭਾਵ ਨਾਮ ਰਸ ਦੇ ਸਹਿਤ ਹੋਏ ਸੰਤ ਸੱਜਣ ਰੱਬ ਦੇ ਪਿਆਰੇ। ਇੱਥੇ ਅਰਥ ਕੋਈ ਸਰਸੇ ਸ਼ਹਿਰ ਦਾ ਨਹੀਂ ਗਾ, ਇੱਥੇ ਸਰਸੇ ਦਾ ਅਰਥ ਹੈ ਕਿ ਨਾਮ ਰਸ ਸਹਿਤ ਹੋਏ ਰੱਬ ਦੇ ਪਿਆਰੇ। ਨਾਮ ਦਾ ਰਸ ਉਹਨਾਂ ਨੂੰ ਆਇਆ, ਮਹਾਂਪੁਰਖਾਂ ਨੂੰ, ਰੱਬ ਦੇ ਪਿਆਰਿਆਂ। ਹੁਣ ਇੱਥੇ ਪਾਠ ਆ ਗਿਆ ਸਰਸੀ। ਹੁਣ ਫਿਰ ਸਰਸੀ ਕਿੱਥੋਂ ਲੱਭਾਂਗੇ? ਜੇ ਸਰਸਾ ਹੈਗਾ ਤਾਂ ਇਹ ਵੀ ਲੱਭਣੀ ਪਵੇਗੀ। ਇਸ ਕਰਕੇ ਗੁੰਮਰਾਹ ਨਹੀਂ ਹੋਣਾ। ਸਰਸੀ ਦਾ ਅਰਥ ਕੀ ਹੈ? ਸਾਵਣ ਸਰਸੀ ਕਾਮਣੀ। ਕਾਮਣੀ ਦਾ ਅਰਥ ਹੈ ਇਸਤਰੀ, ਇਹ ਜੀਵ ਰੂਪੀ ਇਸਤਰੀ। ਮਹਾਰਾਜ ਕਹਿੰਦੇ ਉਹ ਜੀਵ ਰੂਪੀ ਇਸਤਰੀ ਜਿਹੜੀ ਹੈ ਉਹ ਰਸ ਦੇ ਸਹਿਤ ਹੋਈ ਹੈ, ਨਾਮ ਰਸ ਦੇ ਸਹਿਤ। ਉਹ ਜੀਵ ਨਾਮ ਰਸ ਨੂੰ ਮਾਣਦਾ ਹੈ। ਕਿਹੜਾ? ਚਰਨ ਕਮਲ ਸਿਓ ਪਿਆਰ, ਜਿਹਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਬਣ ਗਿਆ, ਜਿਹੜਾ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਗਿਆ ਹੈ, ਜਿਹੜਾ ਪਰਮੇਸ਼ਰ ਦੇ ਨਾਲ ਜੁੜ ਗਿਆ ਹੈ। ਸੋ ਉਹਦਾ ਜੀਵਨ ਐਸਾ ਬਣ ਜਾਂਦਾ ਹੈ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਉਹਦਾ ਮਨ ਤੇ ਉਹਦਾ ਤਨ ਇੱਕ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗਿਆ ਗਿਆ, ਤਦਾਕਾਰ ਹੋ ਗਿਆ। ਇੱਕੋ ਨਾਮ ਆਧਾਰ। ਹੁਣ ਉਸ ਗੁਰਮੁਖ ਨੂੰ ਇੱਕੋ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਸਾਚਾ ਨਾਮ ਮੇਰਾ ਆਧਾਰੋ, ਬਸ ਸੱਚੇ ਨਾਮ ਦਾ ਹੀ ਆਸਰਾ ਹੈ। ਹੋਰ ਕਿਸੇ ਦਾ ਆਸਰਾ ਫਿਰ ਉਸ ਗੁਰਮੁਖ ਨੂੰ ਨਹੀਂ ਰਹਿੰਦਾ। ਵਿਖਿਆ ਰੰਗ ਕੂੜਾਵਿਆ, ਦਿਸਣ ਸਭੇ ਸ਼ਾਰ। ਵਿਖਿਆ ਜੋ ਵਿਸ਼ੇ ਵਿਕਾਰਾਂ ਦਾ, ਮਾਇਆ ਦਾ ਰੰਗ, ਸੰਸਾਰ ਦਾ ਰੰਗ, ਫਿਰ ਉਹਨੂੰ ਝੂਠਾ ਨਜ਼ਰ ਆਉਂਦਾ ਹੈ। ਦਿਸਣ ਸਭੇ ਸ਼ਾਰ, ਇਹ ਸਾਰੇ ਰੰਗ ਜਿਹੜੇ ਨੇ ਨਸ਼ਿਆਂ ਦਾ ਰੰਗ ਹੈ, ਮਾਇਆ ਦਾ ਰੰਗ ਹੈ, ਵਿਕਾਰਾਂ ਦਾ ਰੰਗ ਹੈ। ਦਿਸਣ ਸਭੇ ਸ਼ਾਰ, ਸ਼ਾਰ ਦਾ ਅਰਥ ਸਵਾ, ਉਹਨੂੰ ਸਾਰੇ ਸਵਾ ਰੂਪ ਦਿਸਦੇ ਰੱਬ ਦੇ ਪਿਆਰੇ। ਰੱਬ ਦਾ ਪਿਆਰਾ ਇਹਨਾਂ ਤੋਂ ਉੱਪਰ ਉੱਠ ਜਾਂਦਾ ਹੈ। ਇੱਥੇ ਆਪਾਂ ਥੋੜ੍ਹਾ ਜਿਹਾ ਰੁਕ ਜਾਈਏ। ਜਿਹੜਾ ਅੱਜ ਦਾ ਦਿਹਾੜਾ ਹੈ ਉਹਦੇ ਸੰਬੰਧ ਵਿੱਚ ਵੀ ਆਪਾਂ ਵਿਚਾਰ ਸਰਵਣ ਕਰਨੇ। ਇੱਕ ਤਾਂ ਸੰਗਰਾਂਦ ਦਾ ਦਿਹਾੜਾ ਹੈ, ਇੱਕ ਹੋਰ ਦਿਹਾੜਾ ਹੈ ਜਿਹੜਾ ਦਿਹਾੜਾ ਸ਼ਹੀਦ ਭਾਈ ਤਾਰੂ ਸਿੰਘ ਜੀ ਨਾਲ ਸੰਬੰਧਿਤ ਹੈ। ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਨੇ, ਜਿਨ੍ਹਾਂ ਦਾ ਨਗਰ ਆਪਣੇ ਬਿਲਕੁਲ ਨੇੜੇ ਹੈ।
ਸੋ ਪੂਲਾ ਨਗਰ ਹੈ। ਪੂਲੇ ਨੂੰ ਉੱਦਾਂ ਕੋਈ ਨਹੀਂ ਸੀ ਜਾਣਦਾ ਨਗਰ ਧਿਆਨ ਦੇਣਾ, ਪਰ ਉਸ ਧਰਤੀ ਤੇ ਕੌਮ ਦਾ ਅਣਖੀਲਾ ਸੂਰਮਾ ਜਨਮ ਲੈ ਕਰਕੇ ਆਇਆ। ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਸਰਦਾਰ ਯੋਧ ਸਿੰਘ ਜੀ ਹੋਏ ਨੇ ਅਤੇ ਉਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਧਰਮ ਕੌਰ ਜੀ ਸੀ। ਤੇ ਗੁਰੂ ਪਿਆਰ ਵਾਲਿਓ, ਪਿਤਾ ਜੀ ਬਾਣੀ ਵਿੱਚ ਰਹਿਣ ਵਾਲੇ ਸਿੰਘ ਸਨ ਤੇ ਗੁਰੂ ਕੀ ਬਾਣੀ ਪੜ੍ਹਨ ਵਾਲੇ, ਸੇਵਾ ਸਿਮਰਨ ਕਰਨ ਵਾਲੇ ਨਿਤਨੇਮੀ ਅਭਿਆਸੀ ਸਨ ਤੇ ਸ਼ਸਤਰ ਵਿਦਿਆ ਵੀ ਜਾਣਦੇ ਸਨ। ਉਸ ਤੋਂ ਪਹਿਲਾਂ ਖਾਲਸਾ ਫੌਜ ਦੇ ਵਿੱਚ ਹੀ ਸੋ ਉਹਨਾਂ ਨੇ ਸ਼ਹਾਦਤ ਦਾ ਜੰਮ ਪੀਤਾ ਹੈ। ਭਾਈ ਤਾਰੂ ਸਿੰਘ ਦੇ ਪਿਤਾ ਜੀ ਭਾਈ ਜੋਧ ਸਿੰਘ ਵੀ ਸਿੱਖ ਕੌਮ ਵਾਸਤੇ ਸ਼ਹੀਦ ਹੋਏ ਨੇ। ਸੋ ਭਾਈ ਤਾਰੂ ਸਿੰਘ ਜੀ ਤੇ ਇੱਕ ਉਹਨਾਂ ਦੀ ਭੈਣ ਸੀ ਜਿਹਦਾ ਨਾਂ ਬੀਬੀ ਤਾਰ ਕੌਰ ਕਰਕੇ ਵੀ ਆਉਂਦਾ ਹੈ ਤੇ ਤਾਰੋ ਉਹਨਾਂ ਦਾ ਨਾਂ ਜਿਵੇਂ ਪਿੰਡਾਂ 'ਚ ਚੱਲਦਾ ਹੁੰਦਾ ਹੈ ਉਹ ਵੀ ਚੱਲਦਾ ਸੀ। ਮਾਂ ਨੇ ਬੜੇ ਪਿਆਰ ਨਾਲ ਪਾਲਿਆ। ਸਿਆਣੇ ਕਹਿੰਦੇ ਨੇ ਬੱਚੇ ਦਾ ਟੀਚਰ ਮਾਂ ਹੁੰਦੀ ਹੈ। ਸਭ ਤੋਂ ਪਹਿਲਾਂ ਮਾਂ ਚਾਹੇ ਬੱਚੇ ਨੂੰ ਸੰਤ ਭਗਤ ਬਣਾ ਸਕਦੀ ਹੈ, ਮਾਂ ਚਾਹੇ ਤੇ ਬੱਚੇ ਨੂੰ ਡਾਕੂ ਚੋਰ ਵੀ ਬਣਾ ਸਕਦੀ ਹੈ। ਦੋਵੇਂ ਕੰਮ ਮਾਂ ਦੇ ਵਿੱਚ ਨੇ। ਜੇ ਤਾਂ ਬੱਚਾ ਚੋਰੀ ਕਰਕੇ ਆਵੇ ਤੇ ਮਾਂ ਛਾਤੀ ਨਾਲ ਲਾ ਕੇ ਹੱਲਾਸ਼ੇਰੀ ਦੇਵੇ ਤੇ ਉਹ ਤਾਂ ਫਿਰ ਚੋਰ ਹੀ ਬਣੂਗਾ ਵੀ ਅੱਜ ਮੈਨੂੰ ਮਾਂ ਨੇ ਹੱਲਾਸ਼ੇਰੀ ਦਿੱਤੀ ਹੈ ਵੀ ਹੋਰ ਕਰ ਤੂੰ। ਤੇ ਜੇ ਬੱਚਾ ਚੋਰੀ ਕਰਕੇ ਆਵੇ, ਮਾਂ ਮਾਰੇ ਦੋ ਚਪੇੜਾਂ ਤੇ ਆਖੇ ਪੁੱਤਰ ਇਹ ਕੰਮ ਦੁਬਾਰਾ ਨਾ ਕਰੀ ਤੇ ਆਪੇ ਹਟ ਜਾਊ। ਧਿਆਨ ਦੇਣਾ। ਸੋ ਸਮਾਂ ਨਹੀਂ, ਅਨੇਕਾਂ ਐਸੀਆਂ ਮਾਵਾਂ ਦਾ ਜ਼ਿਕਰ ਮਿਲਦਾ ਹੈ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਰੱਬ ਦੇ ਪਿਆਰੇ ਬਣਾਇਆ। ਭਗਤ ਫਰੀਦ ਜੀ ਦੀ ਮਾਤਾ ਦਾ ਜ਼ਿਕਰ ਹੈ। ਫਰੀਦ ਦਾ ਜਿੰਨਾ ਜੀਵਨ ਹੈ ਉਹ ਮਾਂ ਦੇ ਕਰਕੇ ਬਣਿਆ ਹੈ। ਭਗਤ ਧਰੂ ਦਾ ਜੀਵਨ ਪੜ੍ਹ ਲਓ, ਮਾਂ ਕਰਕੇ ਬਣਿਆ ਹੈ। ਸੋ ਗੁਰੂ ਪਿਆਰ ਵਾਲਿਓ, ਮਾਂ ਦਾ ਬੜਾ ਵੱਡਾ ਯੋਗਦਾਨ ਹੈ ਪੁੱਤਰ ਦੇ ਜੀਵਨ ਵਿੱਚ। ਮਾਂ ਨੇ ਭਾਈ ਤਾਰੂ ਸਿੰਘ ਨੂੰ ਗੁਰੂ ਕਾ ਇਤਿਹਾਸ ਸਰਵਣ ਕਰਵਾਇਆ ਹੈ, ਗੁਰਬਾਣੀ ਪੜ੍ਹੀ ਹੈ, ਗੁਰਬਾਣੀ ਦੇ ਅਰਥ ਸਰਵਣ ਕਰਵਾਏ ਨੇ। ਇੱਕ ਸਿੱਖ ਦਾ ਜੀਵਨ ਦਰਸਾਇਆ ਹੈ ਕਿ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ ਸਿੱਖ ਦਾ, ਤੇ ਕੇਵਲ ਦਰਸਾਇਆ ਨਹੀਂ, ਭਾਈ ਤਾਰੂ ਸਿੰਘ ਜੀ ਨੂੰ ਉਹੋ ਜਿਹਾ ਬਣਾ ਕੇ ਰੱਖ ਦਿੱਤਾ ਹੈ। ਸਿੱਖ ਪੂਰਨ ਗੁਰਸਿੱਖ ਬਣ ਗਿਆ। ਸਮਾਂ ਬੀਤਦਾ ਗਿਆ, ਸਿੱਖਾਂ ਤੇ ਉਹ ਸਮਾਂ ਬੜਾ ਮੁਸੀਬਤਾਂ ਭਰਿਆ ਸੀ। ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਸਰਹੱਦ ਦੀ ਇੱਟ ਨਾਲ ਇੱਟ ਖੜਕਾਈ ਸੀ, ਮੁਗਲਾਂ ਦੇ ਨੱਕ ਵਿੱਚ ਦਮ ਕੀਤਾ ਸੀ, ਜਦੋਂ ਉਹਨਾਂ ਨੂੰ ਪਕੜ ਕਰਕੇ ਅਬਦੁਲ ਸਮਦ ਖਾਂ ਫਰਖਸ਼ੀਰ ਬਾਦਸ਼ਾਹ ਦੇ ਕੋਲ ਲੈ ਕਰਕੇ ਗਿਆ ਹੈ, ਉਸ ਸਮੇਂ ਬੜਾ ਜ਼ੁਲਮ ਕੀਤਾ, ਕਿਉਂਕਿ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ। 8 ਮਹੀਨੇ ਘੇਰਾ ਪਿਆ ਰਿਹਾ, ਅੰਦਰ ਰਾਸ਼ਨ ਮੁੱਕ ਗਿਆ ਹੈ, ਕਈ ਭੁੱਖ ਦੇ ਨਾਲ ਵੀ ਸਿੱਖ ਸ਼ਹੀਦ ਹੋਏ ਨੇ। ਸਾਰਾ ਉਸੇ ਤਰ੍ਹਾਂ ਦਾ ਨਕਸ਼ਾ ਬਣ ਗਿਆ ਜਿਹੋ ਜਿਹਾ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਬਣਿਆ ਸੀ। ਤੇ ਖੇਡ ਵੀ ਸਾਰੀ ਇਹਨਾਂ ਉਸੇ ਤਰ੍ਹਾਂ ਦੀ ਵਰਤੀ ਹੈ। ਉਦੋਂ ਵੀ ਕਸਮਾਂ ਖਾਧੀਆਂ ਸੀ, ਇੱਥੇ ਵੀ ਕੁਰਾਨ ਦੀ ਕਸਮ ਖਾਧੀ, ਬਾਅਦ ਵਿੱਚ ਧੋਖਾ ਕੀਤਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਅਤੇ 746 ਸਿੰਘ ਹੋਰ ਫੜੇ ਗਏ। ਅਬਦੁਲ ਸਮਦ ਖਾਂ ਨੇ ਸੋਚਿਆ ਕਿ ਜੇ ਮੈਂ ਇੰਨੇ ਕੁ ਸਿੱਖਾਂ ਨੂੰ ਲੈ ਕੇ ਜਾਵਾਂਗਾ ਤੇ ਲੋਕ ਤਾਂ ਮੈਨੂੰ ਲਾਹਣਤਾਂ ਪਾਉਣਗੇ ਕਿ ਇੰਨੀ ਫੌਜ ਮਰਵਾਈ ਹੈ, ਇੰਨੇ ਕੁ ਸਿੰਘਾਂ ਦੇ ਨਾਲ ਲੜਦੇ ਰਹੇ, ਇੰਨੇ ਕੁ ਸਿੰਘਾਂ ਵਾਸਤੇ 8 ਮਹੀਨੇ ਘੇਰਾ ਪਾ ਕੇ ਬੈਠੇ ਰਹੇ, ਇੰਨੇ ਕੁ ਸਿੰਘ ਨੇ ਇਹਨਾਂ ਕੋਲੋਂ ਫੜੇ ਗਏ। ਇਸ ਨੇ ਫਿਰ ਜ਼ੁਲਮ ਢਾਇਆ ਹੈ, ਆਪਣੇ ਫੌਜੀ ਦਸਤੇ ਭੇਜੇ ਪਿੰਡਾਂ ਪਿੰਡਾਂ ਵਿੱਚ, ਜਿੱਥੇ ਵੀ ਤੁਹਾਨੂੰ ਕੋਈ ਦਸਤਾਰ ਵਾਲਾ ਦਿਸਦਾ ਹੈ ਫੜ ਲਿਆ, ਉਹਦਾ ਸਿਰ ਵੱਢ ਕੇ ਲਿਆਉਣਾ, ਜਿਉਂਦੇ ਨੂੰ ਨਹੀਂ ਲਿਆਉਣਾ।
ਗੱਡੇ ਭਰ ਲਏ। 2000 ਗੱਡਾ ਭਰਿਆ ਸਿੱਖਾਂ ਦੇ ਸਿਰਾਂ ਦਾ। 746 ਸਿੰਘ, ਕਈਆਂ ਵਿਦਵਾਨਾਂ ਨੇ 760 ਲਿਖੇ। 760 ਸਿੰਘ ਜਿਉਂਦੇ ਪਕੜੇ, ਨਾਲ ਲਏ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚ ਪਾਇਆ ਹੈ ਹਾਥੀ ਦੇ ਉੱਪਰ, ਫਿਰ ਵੀ ਜੰਜੀਰਾਂ ਵਿੱਚ ਕੈਦ ਕੀਤਾ ਹੈ। ਤੇ ਲਾਗੇ ਸਿਪਾਹੀ ਖਿਲਾਰੇ ਕਿਤੇ ਅਜੇ ਵੀ ਨਾ ਨਿਕਲ ਜਾਵੇ, ਕਿਉਂਕਿ ਸ਼ੇਰ ਦਾ ਤੇ ਡਰ ਹੁੰਦਾ। ਤੇ ਕੁਝ ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗੇ ਨੇ, ਲੋਕਾਂ ਨੂੰ ਵਿਖਾਉਣ ਵਾਸਤੇ, ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਭਰਨ ਵਾਸਤੇ ਵੀ ਕੋਈ ਸਿੱਖ ਨਾ ਬਣੇ, ਡਰ ਕਰਕੇ ਵੀ ਸਿੱਖਾਂ ਨਾਲ ਆਹ ਹਾਲ ਹੁੰਦਾ, ਅਸੀਂ ਸਿੱਖ ਨਹੀਂ ਬਣਨਾ। ਇਹ ਡਰ ਪੈਦਾ ਕਰਨਾ ਸੀ। ਪਿੰਡਾਂ ਦੇ ਵਿੱਚੋਂ ਬੇਦੋਸ਼ੇ ਸਿੱਖਾਂ ਦੇ ਸਿਰ ਵੱਢ ਵੱਢ ਕਰਕੇ ਗੱਡੇ ਭਰ ਲਏ। ਵਿਦਵਾਨ ਤਾਂ ਇੱਥੋਂ ਤੱਕ ਲਿਖਦੇ ਨੇ ਕਈ ਬੀਬੀਆਂ ਦੇ ਵੀ ਸਿਰ ਵੱਢ ਲਏ। ਜਿਹੜੀਆਂ ਬੀਬੀਆਂ ਦਸਤਾਰ ਸਜਾਉਂਦੀਆਂ ਸੀ ਉਹਨਾਂ ਦੇ ਵੀ ਸਿਰ ਵੱਢ ਲਏ ਕਿ ਕਹਾਂਗੇ ਵੀ ਇਹ ਅਨਦਾੜੀਏ ਸਿੱਖ ਨੇ, ਇਹਨਾਂ ਦੇ ਅਜੇ ਦਾੜੀ ਨਹੀਂ ਆਈ। ਗੱਡੇ ਭਰ ਕਰਕੇ 2000 ਗੱਡਾ ਸਿੱਖਾਂ ਦੇ ਸਿਰਾਂ ਦਾ ਭਰਿਆ ਦਿੱਲੀ ਲੈ ਕਰਕੇ ਗਏ। ਬਾਬਾ ਬੰਦਾ ਸਿੰਘ ਦੀ ਸ਼ਹਾਦਤ ਹੋਈ। ਮੈਂ ਬਹੁਤਾ ਵਿਸਥਾਰ ਵੱਲ ਨਾ ਜਾਵਾਂ। ਉਸ ਤੋਂ ਬਾਅਦ ਗੁਰੂ ਪਿਆਰ ਵਾਲਿਓ, ਸਿੱਖਾਂ ਤੇ ਫਿਰ ਜ਼ੁਲਮ ਢਾਉਣਾ ਆਰੰਭ ਹੋਇਆ। ਆਖਿਆ ਕੋਈ ਸਿੱਖ ਦਿਸਣਾ ਨਹੀਂ ਚਾਹੀਦਾ, ਖਤਮ ਕਰ ਦਿਓ ਸਿੱਖੀ। ਪਿੰਡਾਂ ਪਿੰਡਾਂ ਦੇ ਵਿੱਚ ਮੁਖਬਰ ਛੱਡੇ ਗਏ, ਜਿਹੜੇ ਚੁਗਲੀ ਲਾਉਂਦੇ ਸਨ, ਜਾ ਕਰਕੇ ਖਬਰ ਦਿੰਦੇ ਸਨ ਕਿ ਫਲਾਣੇ ਪਿੰਡ ਵਿੱਚ ਆਹ ਸਿੱਖ ਹੈ। ਹੁਣ ਹਰ ਭਗਤ ਨਰੰਜਨੀਆ ਜਿਹੜਾ ਜੰਡਿਆਲੇ ਵਾਲਾ ਮੁਖਬਰ ਸੀ, ਭਾਵੇਂ ਪੂਲਾ ਪਿੰਡ ਇਹਦੇ ਦਾਇਰੇ ਵਿੱਚ ਨਹੀਂ ਪੈਂਦਾ ਸੀ, ਪਰ ਇਹ ਬਹੁਤਾ ਚੰਬ ਲਿਆਇਆ ਸੀ। ਕਿਉਂਕਿ ਅੱਜ ਵੀ ਵੇਖੀਦਾ ਕਈ ਜਿਹੜੇ ਆਫਿਸਰ ਹੁੰਦੇ ਆ, ਲੀਡਰਾਂ ਨੇ ਵਾਅਦੇ ਝੰਬਲਾਏ ਹੁੰਦੇ, ਉਹ ਦੂਜੇ ਇਲਾਕੇ ਵਿੱਚ ਵੀ ਜਾ ਕੇ ਹਟਦੇ ਨਹੀਂ ਖੋਟਾ ਕਰਮ ਕਰਨ। ਇਸੇ ਤਰ੍ਹਾਂ ਇਹ ਬਹੁਤਾ ਚੰਬ ਲਿਆ ਹੋਇਆ ਸੀ। ਹੁਣ ਭਾਈ ਤਾਰੂ ਸਿੰਘ ਦਾ ਜੀਵਨ ਬੜਾ ਉਚੇਰਾ, ਤੇ ਭਾਵੇਂ ਪੂਲੇ ਨਗਰ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਵਸਦੇ ਨੇ, ਸਿੱਖ ਵੀ ਨੇ, ਸਿੱਖਾਂ ਦੀ ਗਿਣਤੀ ਘੱਟ ਹੈ, ਹਿੰਦੂ ਤੇ ਮੁਸਲਮਾਨ ਵੀ ਵਸਦੇ, ਜ਼ਿਆਦਾਤਰ ਹਿੰਦੂ ਮੁਸਲਮਾਨ, ਪਰ ਸਾਰਾ ਪਿੰਡ ਭਾਈ ਤਾਰੂ ਸਿੰਘ ਨੂੰ ਰੱਬ ਮੰਨਦਾ। ਰੱਬ ਜੀਵਨ ਹੀ ਇੰਨਾ ਉੱਚਾ ਸੁੱਚਾ ਸੀ ਭਾਈ ਤਾਰੂ ਸਿੰਘ। ਕੋਈ ਬਹੁਤੀ ਜ਼ਮੀਨ ਜਾਇਦਾਦ ਉਦੋਂ ਤਾਂ ਵਗਦੀ ਨਹੀਂ ਸੀ ਹੁੰਦੀ, ਤੇ ਭਾਈ ਤਾਰੂ ਸਿੰਘ ਜੀ, ਇੱਕ ਉਹਨਾਂ ਦੇ ਮਾਤਾ ਜੀ, ਇੱਕ ਉਹਨਾਂ ਦੇ ਭੈਣ ਜੀ, ਤਿੰਨੇ ਜੀ ਸਨ। ਤੇ ਭਾਈ ਤਾਰੂ ਸਿੰਘ ਨੇ ਆਪਣੇ ਘਰ ਵਿੱਚ ਹੀ ਲੰਗਰ ਚਲਾਇਆ ਹੋਇਆ ਸੀ ਕਿ ਜਿਹੜਾ ਵੀ ਜਿਹਨੂੰ ਕਿਤੇੋਂ ਨਹੀਂ ਮਿਲਦਾ ਉਹ ਇੱਥੇ ਆ ਕੇ ਛਕੇ। ਗੁਰੂ ਨਾਨਕ ਦਾ ਲੰਗਰ ਹੈ। ਤੇ ਜਿਹੜਾ ਕੋਈ ਰਾਤ ਬਰਾਤ ਤੇ ਦੂਰੋਂ ਆ ਜਾਂਦਾ ਸੀ ਉਹਨੂੰ ਲੰਗਰ ਵੀ ਛਕਾਇਆ ਜਾਂਦਾ ਸੀ, ਰਹਿਣ ਵਾਸਤੇ ਜਗ੍ਹਾ ਵੀ ਦਿੱਤੀ ਜਾਂਦੀ ਸੀ। ਭਾਈ ਤਾਰੂ ਸਿੰਘ ਆਪ ਹਲ ਵਾਹੁੰਦੇ ਸਨ, ਜਿੰਨੀ ਕੁ ਖੇਤੀ ਹੁੰਦੀ ਸੀ ਕਰਦੇ ਸਨ। ਇੱਥੋਂ ਤੱਕ ਜ਼ਿਕਰ ਆਉਂਦਾ ਹੈ ਕਿ ਭਾਈ ਤਾਰੂ ਸਿੰਘ ਜੀ ਦੇ ਮਾਤਾ ਜੀ ਤੇ ਭੈਣ ਜੀ ਉਹ ਵੀ ਕਿਰਤ ਕਰਿਆ ਕਰਦੇ ਸਨ, ਲੋਕਾਂ ਦੇ ਘਰਾਂ ਵਿੱਚ ਜਾ ਕਰਕੇ। ਜਿਵੇਂ ਚਾਦਰਾਂ ਕੱਢਣੀਆਂ ਪੁਰਾਣੇ ਸਮੇਂ ਦੇ ਵਿੱਚ ਹੱਥੀਂ ਕੱਢੀਆਂ ਜਾਂਦੀਆਂ ਸੀ, ਇਹ ਕਿਰਤ ਵੀ ਮੰਨੀ ਜਾਂਦੀ ਸੀ। ਪਰ ਉਹ ਸਾਰੀ ਦੀ ਸਾਰੀ ਕਿਰਤ ਸੰਗਤ ਦੇ ਲੰਗਰ ਵਾਸਤੇ ਲਾਉਣੀ। ਇੱਥੋਂ ਤੱਕ ਜੀਵਨ ਸੀ ਕਿ ਜੇ ਤਾਂ ਸ਼ਾਮ ਨੂੰ ਪ੍ਰਸ਼ਾਦਾ ਬਚ ਗਿਆ ਤੇ ਛਕ ਲੈਣਾ ਹੈ, ਨਹੀਂ ਤਾਂ ਛੋਲਿਆਂ ਦੀ ਇੱਕ ਇੱਕ ਮੁੱਠ ਲੈ ਕਰਕੇ ਛਕ ਕਰਕੇ ਗੁਜ਼ਾਰਾ ਕਰ ਲੈਣਾ। ਸਾਰਾ ਜੀਵਨ ਗੁਰੂ ਨੂੰ ਸਮਰਪਿਤ ਸੀ ਕਿ ਜਿਹੜਾ ਬਾਹਰੋਂ ਕੋਈ ਆਇਆ ਹੈ ਉਹ ਭੁੱਖਾ ਨਾ ਜਾਵੇ। ਸਮਾਂ ਬੀਤਦਾ ਗਿਆ, ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ। ਲਾਹੌਰ ਦਾ ਸੂਬਾ ਅਬਦੁਲ ਸਮਦ ਖਾਨ ਦਾ ਪੁੱਤਰ ਜ਼ਕਰੀਆ ਖਾਨ ਬਣਿਆ। ਉਹਨੇ ਆਪਣੇ ਪਿਓ ਨੂੰ ਵੀ ਪਿੱਛੇ ਛੱਡ ਦਿੱਤਾ ਜ਼ੁਲਮ ਕਰਨ ਵਿੱਚ। ਤੇ ਗੁਰੂ ਪਿਆਰ ਵਾਲਿਓ, ਉਸ ਵੇਲੇ ਸਿੰਘਾਂ ਨੇ ਸੋਚਿਆ ਹੈ ਕਿ ਐਵੇਂ ਮਰਨ ਦੇ ਨਾਲੋਂ ਚੰਗਾ ਹੈ ਕਿ ਆਪਾਂ ਜੰਗਲਾਂ ਵਿੱਚ ਚਲੇ ਜਾਈਏ, ਤੇ ਜਦੋਂ ਕੋਈ ਸਮਾਂ ਬਣੇਗਾ ਉਦੋਂ ਫਿਰ ਸਰਕਾਰ ਨਾਲ ਟੱਕਰ ਲੈ ਲਵਾਂਗੇ। ਐਵੇਂ ਮਰਨ ਦਾ ਕੀ ਫਾਇਦਾ ਹੈ ਬਿਨਾਂ ਵਜ੍ਹਾ ਤੋਂ ਹੀ।
इस करके सिंह अपने घरां नूं छड्ड करके जंगलों 'ਚ चले गए। तो जिथे कोई अन्याय हुंदा है उत्थे रात के 12 बजे हल्ला बोलते, जिथों 12 बजे शब्द शुरू होया। अज तो ये ਜਿਹੜੇ नौटंकी लोग आ ना वो सानू मखौल करते भी ਸਿੰਘਾਂ ਦੇ 12 वज गए। ये ਜਿਹੜੇ मखौल करते इन्हों पुछो जे ਸਿੰਘਾਂ ਦੇ 12 ना वजते तो तुसीं इस संसार ते नहीं सी होना। आ तुहाडीਆਂ ਧੀਆਂ ਭੈਣਾਂ ਨੂੰ ਛਡਾਉਣਾ ਕਿਸੇ ने नहीं। ਸਿੰਘਾਂ ਦੇ 12 ਵਜੇ ਤੇ ਤਾਂ ही छडा के लियांदियां। 12 ਵਜੇ ही ਸਿੰਘ हल्ला बोलते सन ते तां ही तुहाडीਆਂ बहुआं बेटियां ਨੂੰ छडा करके लियांदा। एक बार 30,000 छडाइयां हिंदुस्तान ਦੀਆਂ बहुआं बेटियां, एक बार 18,000, एक बार 22,000। ये तो गिनती के शब्द आउंदे इतिहास में, होर पता नहीं कितनी बार छडाया होगा। ध्यान देना, रात को 12 बजे जो दुश्मन सुत्ता हुंदा सी उदों हल्ला बोलिया जाता सी ते इक्के बार हल्ला बोल करके जिन्ना को दुश्मन का नुकसान हुंदा सी कर करके आया जाता सी। थोड़ा समा लाया जाता सी, क्योंकि जो थोड़ा होवे ना, थोड़ी गिनती हो फिर इसी तरह हल्ले करने पैंदे आ, जिन्हों गुरीला युद्ध भी कहा जाता है। हुण उन्हां ਸਿੰਘਾਂ कोल कोई साधन नहीं रोटी पानी का, लोग डरदे प्रशादा नहीं देंदे भी सरकार वालों हुक्म सी भी जिहड़ा इन्हां नूं छकावेगा वो बजेगा नहीं। इक्को एक भाई तारू सिंह जी घरों लंगर पानी तैयार करके जंगल में जाते सन ते गुरमुखों जा करके उन्हां ਸਿੰਘਾਂ नूं छकाउंदे सन। कहंदे सन मां आपां ते नाम ही छकांगे सर जाएगा, पर जिहड़े ये सिंह घर बार छड्डिया इन्हें किते अपने वास्ते छड्डिया है, ये कौम वास्ते लड़ रहे ने, ये गुरु वास्ते लड़ रहे ने। इन्हां दी सेवा बड़ी जरूरी है, इन्हां दी सेवा ही असल में गुरु की सेवा है। ते भाई तारू सिंह जी रोज़ टोकरियां दे टोकरे प्रशादे लै करके रोजाना ਸਿੰਘਾਂ नूं छकाउण वास्ते जाया करदे सन। ते गुरु प्यार वाले होर भी भाई साहब के जीवन विचों साखियां ते बड़ियां, मैं उधर गया नहीं, समा सीमित है। सो उस वेले भाई तारू सिंह जी बस्तर भी दे के आया करते ने ਸਿੰਘਾਂ नूं जिन्हां नूं लोड़ हुंदी है। मैं पढ़ रहा सी, कहते ने एक बार भाई तारू सिंह की भैन ने भाई तारू सिंह वास्ते बस्तर तैयार किया। भाई तारू सिंह जान लगे, कहन लगे भैन कोई बस्तर नहीं हैगा, ਸਿੰਘਾਂ नूं दे आवांगे जिन्हां नूं लोड़ हुंदी है। भैन ने वो बस्तर कढ़िया, कहन लगी वीर जी ये तो तुहाडे वास्ते तैयार किया। देखो सेवा भावना, वेखो भाई तारू सिंह गल्लां करनियां बड़ियां सौखियां है, सिक्खी कमाउणी बड़ी औखी है। भाई तारू सिंह कहन लगे भैणा लिया तू मैनू दे, मेरा तो अजे सरदा है, शरीर ते पाउण वाला बस्तर हैगा है, चलो किसी सिंह नूं दे आउणे आ, जिहदे कोल नहीं हैगा मैं फिर बना लवांगा। इहो जी भावना। आखिरकार जंडियाले वाले हर भगत निरंजनीए ने ये जा करके मुखबरी कर दी है जकरिया खान दे कोल कि तुसीं कहने आ कि सिख मुका दिते। अमृतसर की धरती दे विच एक पूला नगर है, उत्थे एक सिख रहिंदा जिन्हों तारू सिंह कहा जाता है। वह तो बागियां नूं लंगर छकाउंदा है, वह तो सारे पुआड़ियां की जड़ है। जकरिया खान ने उस वेले मोमन खान की अगवाई दे विच 2200 के करीब घोड़सवार सैना भेजी भाई तारू सिंह नूं गिरफ्तार करने वास्ते। कहंदे ने सैना पहुंची है ते भाई तारू सिंह नूं गिरफ्तार करने वास्ते भाई तारू सिंह घरे नहीं सी। भाई तारू सिंह की भैन नूं गिरफ्तार कर लिया है। पिंड के लोगों ने आख्या भी ये भाई तारू सिंह की भैन नहीं, साड़ी भी सारे पिंड की, इनू नहीं तुसीं ले जा सकते। इन्ना प्यार सी भाई साहब का। तो उस वेले भैन नूं तां छडा लिया पिंड के लोगों ने। फिर भाई तारू सिंह आए, आख्या की गल है, दस्या कि तुहानूं लैण वास्ते आए ने। भाई तारू सिंह कहंदे असीं तैयार लै चलो जिथे लैके जाना।
ਡਰ ਭੈ ਮਨ ਵਿੱਚ ਨਹੀਂ ਸੀ। ਉਸ ਵੇਲੇ ਪਿੰਡ ਦੇ ਲੋਕ, ਪਿੰਡ ਦੇ ਪੰਚ ਸਰਪੰਚ ਕਹਿਣ ਲੱਗੇ, ਭਾਈ ਸਾਹਿਬ ਅਸੀਂ ਨਹੀਂ ਤੁਹਾਨੂੰ ਜਾਣ ਦੇਣਾ, ਭਾਵੇਂ ਸਾਨੂੰ ਆਪਣੀ ਜਾਨ ਵਾਰਨੀ ਪਵੇ। ਭਾਈ ਸਾਹਿਬ ਕਹਿੰਦੇ ਨਾ ਨਾ, ਐਸਾ ਨਹੀਂ ਕਰਨਾ, ਮੇਰੇ ਨਤੀਜ ਵਾਸਤੇ ਤੁਸੀਂ ਆਪਣੇ ਜਾਨਾਂ ਵਾਰੋ, ਐਸਾ ਨਹੀਂ। ਇਹ ਸਾਰੇ ਪਿੰਡ ਦੀ ਵਿਪਤਾ ਪੈ ਜਾਵੇਗੀ। ਅੱਜ ਤੁਸੀਂ ਇਹਨਾਂ ਦਾ ਮੁਕਾਬਲਾ ਕਰ ਲਓਗੇ, ਥੋੜ੍ਹੀ ਫੌਜ ਹੈ, ਕੱਲ੍ਹ ਨੂੰ ਵੱਧ ਫੌਜ ਲੈ ਕੇ ਆਉਣਗੇ, ਪਿੰਡ ਉਜਾੜ ਜਾਣਗੇ। ਨਹੀਂ ਨਹੀਂ, ਮੇਰੇ ਕਰਕੇ ਪਿੰਡ ਉੱਜੜ ਜਾਵੇ, ਇਹ ਸਿੱਖ ਦਾ ਕਰਮ ਨਹੀਂ। ਤੇ ਅੱਜ ਆਪਣੇ ਆਪ ਨੂੰ ਸਿੱਖ ਖਵਾਉਣ ਵਾਲਾ ਕਹਿੰਦਾ ਭਾਵੇਂ ਸਾਰਾ ਪੰਜਾਬ ਸਮੈਕ ਨਾਲ ਉੱਜੜ ਜਾਵੇ, ਪਰ ਮੇਰੀ ਗੋਲਕ ਭਰਨੀ ਚਾਹੀਦੀ, ਮੇਰਾ ਘਰ ਭਰਨਾ ਚਾਹੀਦਾ ਹੈ, ਭਾਵੇਂ ਮੈਨੂੰ ਭੈੜੇ ਤੋਂ ਭੈੜਾ ਨਸ਼ਾ ਵੇਚਣਾ ਪਵੇ। ਅੱਜ ਕਿੱਥੇ ਗਈ ਸਿੱਖੀ? ਇੱਕ ਪਾਸੇ ਸਿੱਖ ਦੀ ਜਾਨ ਵੀ ਖਤਰੇ 'ਚ, ਫਿਰ ਵੀ ਕਹਿੰਦਾ ਮੈਂ ਪਿੰਡ ਦਾ ਨੁਕਸਾਨ ਨਹੀਂ ਹੋਣ ਦੇਣਾ, ਭਾਵੇਂ ਮੇਰੀ ਜਾਨ ਲੱਗ ਜਾਵੇ। ਇੱਕ ਪਾਸੇ ਸਾਰੇ ਸੁੱਖ ਵੀ ਰੱਬ ਨੇ ਦਿੱਤੇ ਆ, ਤੇ ਫਿਰ ਵੀ ਕਹਿੰਦਾ ਹੈ ਵੀ ਪਿੰਡ ਭਾਵੇਂ ਉੱਜੜਦਾ ਉੱਜੜ ਜਾਵੇ, ਪਰ ਮੈਨੂੰ ਮਾਇਆ ਹੋਣੀ ਚਾਹੀਦੀ। ਭਾਈ ਤਾਰੂ ਸਿੰਘ ਨੂੰ ਲੈ ਤੁਰੇ ਨੇ। ਅੱਗੇ ਪੜਾਣਾ ਪਿੰਡ ਆਉਂਦਾ। ਜਦੋਂ ਪੜਾਣੇ ਪਿੰਡ ਵਿੱਚ ਪਹੁੰਚੇ ਨੇ, ਕਹਿੰਦੇ ਉੱਥੋਂ ਦੇ ਸਿੱਖਾਂ ਨੇ ਵੀ ਵਿਚਾਰ ਕੀਤੀ ਹੈ ਕਿ ਆਪਾਂ ਫੌਜ 'ਤੇ ਹਮਲਾ ਕਰਕੇ ਤੇ ਭਾਈ ਤਾਰੂ ਸਿੰਘ ਨੂੰ ਛੁਡਾ ਲਈਏ। ਤੇ ਦੂਜਾ ਬਚਨ ਇਹ ਆਉਂਦਾ ਹੈ ਕਿ ਪਿੰਡ ਦੇ ਲੋਕਾਂ ਨੇ ਵਿਚਾਰਿਆ ਕਿ ਆਪਾਂ ਸਰਕਾਰ ਨੂੰ ਕਹੀਏ ਕਿ ਭਾਈ ਤਾਰੂ ਸਿੰਘ ਦੇ ਬਰਾਬਰ ਸੋਨਾ ਤੋਲ ਕੇ ਲੈ ਲਓ, ਪਰ ਭਾਈ ਤਾਰੂ ਸਿੰਘ ਨੂੰ ਛੱਡ ਦਿਓ। ਇੱਥੋਂ ਤੁਸੀਂ ਹਿਸਾਬ ਕਿਤਾਬ ਲਾ ਸਕਦੇ ਹੋ ਕਿ ਕਿੰਨਾ ਕੁ ਪਿਆਰ ਲੋਕਾਂ ਦੇ ਨਾਲ ਭਾਈ ਤਾਰੂ ਸਿੰਘ ਦਾ ਹੋਵੇਗਾ, ਕਿੰਨਾ ਕੁ ਸਨਮਾਨ ਲੋਕ ਉਹਨਾਂ ਨੂੰ ਦਿੰਦੇ ਨੇ, ਕਿੰਨਾ ਕੁ ਉਹਨਾਂ ਦਾ ਉੱਚਾ ਜੀਵਨ ਹੋਵੇਗਾ, ਜਿਹਦੇ ਵਾਸਤੇ ਸੋਨਾ ਤੋਲ ਕਰਕੇ ਲੋਕ ਦੇਣ ਵਾਸਤੇ ਤਿਆਰ ਨੇ ਕਿ ਭਾਈ ਤਾਰੂ ਸਿੰਘ ਦੇ ਬਰਾਬਰ ਅਸੀਂ ਸੋਨਾ ਤੋਲ ਕੇ ਦੇ ਦਿੰਦੇ, ਪਰ ਤੁਸੀਂ ਭਾਈ ਤਾਰੂ ਸਿੰਘ ਨੂੰ ਛੱਡ ਦਿਓ। ਜਦੋਂ ਇਹਨਾਂ ਦੋਨਾਂ ਗੱਲਾਂ ਦਾ ਪਤਾ ਲੱਗਾ ਭਾਈ ਤਾਰੂ ਸਿੰਘ ਜੀ ਨੂੰ, ਭਾਈ ਤਾਰੂ ਸਿੰਘ ਜੀ ਨੇ ਮਨਾ ਕਰ ਦਿੱਤਾ ਕਿ ਨਾ ਤਾਂ ਜੰਗ ਕਰਨਾ, ਕਿਉਂਕਿ ਆਪਣੇ ਕੋਲ ਇੰਨੀ ਤਾਕਤ ਨਹੀਂ ਗੀ, ਥੋੜ੍ਹੇ ਆਪਾਂ ਨੁਕਸਾਨ ਨਹੀਂ ਕਰਾਉਣਾ ਸਾਰਿਆਂ ਸਿੱਖਾਂ ਦਾ। ਦੂਜੀ ਗੱਲ ਜਿਹੜੀ ਸੋਨੇ ਦੀ ਹੈ, ਛੱਡਣਾ ਇਹਨਾਂ ਮੈਨੂੰ ਫਿਰ ਵੀ ਨਹੀਂ ਹੈਗਾ, ਭਾਵੇਂ ਤੁਸੀਂ ਤੋਲਾ ਕੇ ਛਡਾ ਲਓ, ਪਰ ਇਹਨਾਂ ਨੇ ਛੱਡਣਾ ਨਹੀਂ। ਇਹ ਸਿੱਖੀ ਦੇ ਦੁਸ਼ਮਣ ਹੈ, ਸੋਨਾ ਲੈ ਕੇ ਵੀ ਛੱਡਣਾ ਨਹੀਂ। ਇਸ ਕਰਕੇ ਸੋਨਾ ਬਰਬਾਦ ਮੇਰੇ ਵਾਸਤੇ ਨਾ ਕਰੋ, ਉਹ ਸੋਨਾ ਜਿਹੜਾ ਹੈ ਉਹਨਾਂ ਸਿੰਘਾਂ ਵਾਸਤੇ ਵਰਤੋ ਜਿਹੜੇ ਕੌਮ ਵਾਸਤੇ ਲੜਦੇ ਨੇ। ਦੇਖੋ ਆਪਣੀ ਜਾਨ ਦੀ ਪਰਵਾਹ ਨਹੀਂ ਗਈ। ਫੜ ਕਰਕੇ ਭਾਈ ਤਾਰੂ ਸਿੰਘ ਨੂੰ ਲੈ ਗਏ ਲਾਹੌਰ, ਤੇ ਗੁਰੂ ਪਿਆਰ ਵਾਲਿਓ ਜ਼ਕਰੀਆ ਖਾਨ ਦੇ ਕਚਹਿਰੀ ਵਿੱਚ ਭਾਈ ਤਾਰੂ ਸਿੰਘ ਨੂੰ ਲੈ ਕਰਕੇ ਗਏ। ਤੇ ਭਾਈ ਤਾਰੂ ਸਿੰਘ ਜੀ ਨੇ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਜਾ ਕਰਕੇ ਸਿਰ ਉੱਚਾ ਕਰਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਬਾ ਲਾਹੌਰ ਸੜ ਕੇ ਕੋਲਾ ਬੋਲਾ ਕੋਲੇ ਹੋ ਗਿਆ। ਇਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਗਾ, ਇਹ ਸੂਬੇ ਦੀ ਕਚਹਿਰੀ ਹੈ, ਇੱਥੇ ਨਹੀਂ ਚੱਲਣਾ। ਅੱਜ ਤਾਂ ਸਿੱਖ ਇਹੋ ਜਿਹੇ ਹੋ ਗਏ ਆ, ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਸਾਡੇ ਸਿੱਖ ਲੀਡਰ ਜੇ ਈਸਾਈਆਂ ਦੇ ਗਏ ਤੇ ਉੱਥੇ ਹਾਲੇਲੂਇਆ ਬੋਲਣ ਲੱਗ ਪੈਂਦੇ ਆ, ਜੇ ਹਿੰਦੂਆਂ ਦੇ ਗਏ ਤੇ ਉੱਥੇ ਰਾਮ ਰਾਮ ਕਰਨ ਲੱਗ ਪੈਂਦੇ ਆ। ਕਿੱਥੇ ਗਈ ਸਿੱਖੀ? ਇੱਕ ਕੁਰਸੀ ਵਾਸਤੇ। ਇਹ ਮੈਂ ਨਹੀਂ ਕਹਾਂਗਾ ਉਹਨਾਂ ਦਾ ਗੁਨਾਹ, ਉਹ ਥੋੜ੍ਹਾ ਕਹਿੰਦੇ ਵੀ ਉਹ ਬੋਲੋ, ਤੁਸੀਂ ਆਪਣੀ ਬੋਲੀ 'ਚ ਬੋਲੋ। ਹਾਂ, ਫਤਿਹ ਬੁਲਾ ਕੇ ਜੇ ਤੁਸੀਂ ਕਹੇ ਵੀ ਕਿਤੇ ਆਪਣੀ ਬੋਲੀ 'ਚ ਗੱਲ ਕਰੋ ਫਤਿਹ ਬੁਲਾ ਕੇ, ਪਰ ਨਹੀਂ। ਸਿੱਖੀ ਦਾ ਮਤਲਬ ਨਹੀਂ ਰਹਿ ਗਿਆ, ਸਰੂਪ ਜ਼ਰੂਰ ਹੈ, ਸਿੱਖੀ ਨਹੀਂ ਹੈਗੀ, ਭੇਖ ਹੈ। ਭਾਈ ਤਾਰੂ ਸਿੰਘ ਜਿੱਥੇ ਮੌਤ ਦਿਖਦੀ ਸਾਹਮਣੇ, ਉੱਥੇ ਵੀ ਉਹਨੇ ਸਲਾਮ ਨਹੀਂ ਕਹੀ, ਉੱਥੇ ਵੀ ਫਤਿਹ ਗਜਾਈ ਹੈ ਗੱਜ ਕਰਕੇ। ਸੂਬਾ ਲਾਹੌਰ ਸੜ ਬਲ ਕੇ ਕੋਲਾ ਹੋ ਗਿਆ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਵਿਖਿਆ ਰੰਗ ਉਡਾਵਿਆ ਦਿਸਣ ਸਭੇ ਸ਼ਾਨ। ਜਿਹੜੇ ਗੁਰਮੁਖ ਨਾਮ ਰਸ ਦੇ ਸਹਿਤ ਹੁੰਦੇ, ਜਿਨ੍ਹਾਂ ਦਾ ਜੀਵਨ ਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਵਾਲਾ ਹੁੰਦਾ ਹੈ, ਜਿਨ੍ਹਾਂ ਦਾ ਮਨ ਤਨ ਪ੍ਰੇਮ ਦੇ ਰੰਗ ਵਿੱਚ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ, ਇੱਕੋ ਨਾਮ ਦਾ ਜਿਨ੍ਹਾਂ ਨੂੰ ਆਸਰਾ ਹੁੰਦਾ, ਉਹਨਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਸੁਆਹ ਲੱਗਦੀਆਂ ਨੇ। ਕੋਈ ਲਾਲਚ ਉਹਨਾਂ ਨੂੰ ਡੁਲਾ ਨਹੀਂ ਸਕਦਾ। ਭਾਈ ਤਾਰੂ ਸਿੰਘ 24-25 ਸਾਲ ਦੀ ਉਮਰ ਸੀ, ਨੌਜਵਾਨ, ਅਜੇ ਆਨੰਦ ਕਾਰਜ ਨਹੀਂ ਹੋਇਆ।
ਭਰ ਜਵਾਨੀ ਦੀ ਉਮਰ ਹੈ। ਜ਼ਕਰੀਆ ਖਾਨ ਕਹਿਣ ਲੱਗਾ ਮੈਨੂੰ ਤੇਰੇ ਤੇ ਤਰਸ ਆਉਂਦਾ ਹੈ ਕਿ ਭਰ ਜਵਾਨੀ ਦੀ ਤੇਰੀ ਉਮਰ ਹੈ ਅਤੇ ਮੇਰੀ ਗੱਲ ਮੰਨ, ਕੀ ਲੈਣਾ ਤੂੰ ਸਿੱਖੀ ਤੋਂ, ਇਸਲਾਮ ਕਬੂਲ ਕਰ ਲੈ, ਮੈਂ ਆਪਣੀ ਬੇਟੀ ਦਾ ਨਿਕਾਹ ਤੇਰੇ ਨਾਲ ਕਰ ਦਿਆਂਗਾ। ਇੱਥੋਂ ਤੱਕ ਗਿਰ ਗਿਆ ਸੀ। ਸਿੱਖਾਂ ਨੂੰ ਡਲਾਉਣ ਵਾਸਤੇ ਇਹੋ ਜਿਹੇ ਲਾਲਚ ਦਿੱਤੇ ਗਏ, ਪਰ ਉਹ ਸਿੱਖ ਨਹੀਂ ਡੋਲੇ। ਅੱਜ ਤਾਂ ਕਿਸੇ ਨੂੰ ਸਰਪੰਚੀ ਦੇ ਦਿਓ, ਜੋ ਮਰਜ਼ੀ ਕਰਾ ਲਓ। ਅੱਜ ਤਾਂ ਥੋੜ੍ਹਾ ਜਿਹਾ ਕੰਮ ਆ, ਸਰਪੰਚੀ ਵੀ ਵੱਡੀ ਹੈ, ਮੈਂਬਰੀ ਦੇ ਦਿਓ, ਭਾਵੇਂ ਤੁਸੀਂ ਸ਼ਮਸ਼ਾਨ ਘਾਟ ਦਾ ਹੀ ਪ੍ਰਧਾਨ ਬਣਾ ਦਿਓ, ਸਿਵਿਆਂ ਦਾ ਹੀ, ਬਸ ਇੰਨੇ 'ਚ ਹੀ ਸਰ ਜਾਊਗਾ। ਉਹ ਤਾਂ ਇੱਥੋਂ ਤਾਂ ਗਿਰ ਗਏ ਅੱਜ ਕੁਰਸੀ ਮਗਰ। ਇਹ ਕਿਸੇ 'ਤੇ ਮੇਰਾ ਕਮੈਂਟ ਨਹੀਂ ਗਾ ਜਾਂ ਤਰਕ ਨਹੀਂ ਗੇ, ਮੈਂ ਤੁਹਾਨੂੰ ਉਹ ਦੱਸ ਰਿਹਾ ਜੋ ਤੁਹਾਡੇ ਵਿੱਚ ਵਿਚਰਦਾ ਪਿਆ। ਜਾਣਦੇ ਤੁਸੀਂ ਵੀ, ਜੇ ਤੁਸੀਂ ਚੁੱਪ ਕਰ ਰਹਿੰਦੇ, ਜੋ ਮੇਰੇ ਵਰਗਾ ਬੋਲ ਦਿੰਦਾ ਤਾਂ ਹੀ ਅੱਗੇ ਆ ਜਾਂਦਾ, ਲੋਕਾਂ ਦੇ ਮੂੰਹ ਅੱਗੇ ਆ ਜਾਂਦਾ। ਗੱਲ ਤਾਂ ਇੰਨੀ ਕੀ ਹੈ, ਪਤਾ ਸਾਰਿਆਂ ਨੂੰ ਹੈ ਵੀ ਇਹ ਕੁਝ ਹੋ ਰਿਹਾ। ਕੀ ਆਖਿਆ ਜ਼ਕਰੀਆ ਖਾਨ ਨੇ? ਆਖਿਆ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਾਂਗਾ, ਨਿਕਾਹ ਕਰ ਦੇਵਾਂਗਾ ਤੇਰੇ ਨਾਲ, ਤੈਨੂੰ ਸੂਬੇਦਾਰ ਬਣਾ ਦੇਵਾਂਗਾ, ਤੇਰੇ ਥੱਲੇ ਫੌਜ ਹੋਵੇਗੀ, ਤੇਰਾ ਹੁਕਮ ਚੱਲੇਗਾ, ਮਾਇਆ ਧਨ ਦੀ ਤੈਨੂੰ ਕਮੀ ਕੋਈ ਨਹੀਂ ਹੋਵੇਗੀ। ਕੀ ਲੈਣਾ ਸਿੱਖੀ ਤੋਂ? ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਆ ਜਿਹੜੇ ਤੂੰ ਲਾਲਚ ਦਿੰਦਾ ਨਾ, ਇਹ ਮੈਂ ਜੁੱਤੀ ਦੀ ਨੋਕ ਨਾਲ ਟਕਰਾਉਣਾ, ਜੁੱਤੀ ਦੀ ਨੋਕ ਨਾਲ। ਵਿਖਿਆ ਰੰਗ ਕੂੜਾਵਿਆ, ਇਹ ਵਿਸ਼ਿਆਂ ਦਾ ਰੰਗ ਉਹਨਾਂ ਨੂੰ ਕੂੜਾ ਝੂਠਾ ਨਜ਼ਰ ਆਉਂਦਾ ਹੈ, ਸਭ ਕੁਝ ਸੁਆਹ ਨਜ਼ਰ ਆਉਂਦਾ ਹੈ। ਇਹ ਤਾਂ ਸੁਆਹ ਹੋ ਜਾਣਾ, ਇਹ ਕਿਹੜੇ ਨਾਲ ਜਾਣੇ। ਬਾਕੀ ਰਹੀ ਗੱਲ ਸਿੱਖੀ ਦੀ, ਤੇ ਭਾਈ ਤਾਰੂ ਸਿੰਘ ਨੇ ਆਖਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇਗੀ। ਇਹ ਬਚਨ ਫਿਰ ਦੁਬਾਰਾ ਸੁਣਿਓ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇਗੀ। ਕੇਸ ਪਹਿਲਾਂ, ਸੁਆਸ ਬਾਅਦ ਵਿੱਚ। ਇਹ ਨੋਟ ਕਰੋ ਪੁਆਇੰਟ, ਕੇਸ ਪਹਿਲਾਂ ਸਿੱਖੀ ਵਿੱਚ, ਸੁਆਸ ਬਾਅਦ ਵਿੱਚ ਹੈ। ਜਿਸ ਬੰਦੇ ਦੇ ਸੁਆਸ ਨਿਕਲ ਜਾਣ, ਆਪਾਂ ਕਹਿੰਦੇ ਫਲਾਨਾ ਬੰਦਾ ਮਰ ਗਿਆ ਹੈ, ਪਰ ਗੁਰਮਤਿ ਕਹਿੰਦੀ ਜਿਹਦੇ ਕੇਸ ਕੱਟੇ ਗਏ ਉਹ ਸਿੱਖੀ ਵੱਲੋਂ ਮਰ ਗਿਆ ਹੈ। ਤਾਂ ਕੇਸ ਪਹਿਲਾਂ ਲਿਖੇ ਨੇ। ਗੁਰਮੁਖੋ ਕਈ ਵਾਰ ਕਈ ਨੌਜਵਾਨ ਵੀਰ ਮੇਰੇ 'ਤੇ ਗੁੱਸਾ ਕਰਦੇ ਨੇ, ਗੁਰਮੁਖੋ ਮੈਂ ਤਾਂ ਤੁਹਾਨੂੰ ਸੁਣਾਉਣ ਵਾਲਾ ਹਾਂ ਜੋ ਲਿਖਿਆ ਹੈ, ਮੈਂ ਆਪਣੇ ਕੋਲੋਂ ਕੁਝ ਕਿਹਾ ਹੋਵੇ ਜ਼ਰੂਰ ਗੁੱਸਾ ਕਰਿਓ, ਮੈਨੂੰ ਮਾੜਾ ਵੀ ਕਹਿ ਦਿਓ, ਮੈਨੂੰ ਪ੍ਰਵਾਨ ਹੋਵੇਗਾ ਜੇ ਮੈਂ ਕੁਝ ਬੋਲਿਆ ਹੋਵੇ, ਪਰ ਜੋ ਮੈਂ ਲਿਖਿਆ ਸੁਣਾ ਰਿਹਾ ਉਹਦੇ ਵਿੱਚ ਮੈਂ ਨਹੀਂ ਦੋਸ਼ੀ, ਦੋਸ਼ੀ ਤੁਸੀਂ ਬਣੋਗੇ, ਕਿਉਂਕਿ ਉਹ ਮੈਂ ਨਹੀਂ ਲਿਖਿਆ, ਉਹ ਮੇਰੇ ਗੁਰੂ ਨੇ ਲਿਖਿਆ, ਗੁਰੂ ਦੇ ਦੋਸ਼ੀ ਬਣੋਗੇ। ਹਾਂ, ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ, ਪਰ ਸੱਚਾਈ ਤਾਂ ਕਬੂਲ ਕਰਨੀ ਪੈਣੀ ਹੈ, ਵੀ ਸੱਚਾਈ ਤਾਂ ਇਹੋ ਹੀ, ਸੱਚਾਈ ਤਾਂ ਮੰਨਣੀ ਪੈਣੀ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਸਿੱਖੀ ਤਾਂ ਕੇਸਾਂ ਸੁਆਸਾਂ ਨਾਲ ਨਿਭੇਗੀ। ਜ਼ਕਰੀਆ ਖਾਨ ਕਹਿਣ ਲੱਗਾ ਜਿਹੜੀ ਤੂੰ ਸਿੱਖੀ ਕੇਸਾਂ ਸੁਆਸਾਂ ਦੀ ਗੱਲ ਕਰਦਾ ਨਾ, ਉਹ ਕੇਸ ਮੈਂ ਜੁੱਤੀਆਂ ਮਾਰ ਮਾਰ ਝਾੜ ਦੇਣੇ। ਅੱਜ ਕਈ ਸਾਡੇ ਵਿਦਵਾਨ ਇਹ ਗੱਲ ਬੋਲਣ ਤੋਂ ਗੁਰੇਜ਼ ਕਰਦੇ, ਪਰ ਦੁਸ਼ਮਣ ਨੇ ਥੋੜ੍ਹਾ ਸਤਿਕਾਰ ਕਰਨਾ, ਉਹਨੇ ਤਾਂ ਇੱਦਾਂ ਦੇ ਬੋਲ ਹੀ ਬੋਲਣੇ। ਜਦੋਂ ਗੁਰੂ ਕੇ ਕੇਸਾਂ ਬਾਰੇ ਜ਼ਕਰੀਆ ਖਾਨ ਨੇ ਐਸੇ ਭੈੜੇ ਲਫ਼ਜ਼ ਵਰਤੇ, ਜੁੱਤੀ ਸ਼ਬਦ ਵਰਤਿਆ, ਤੇ ਭਾਈ ਤਾਰੂ ਸਿੰਘ ਨੇ ਉਦੋਂ ਕੜਕ ਕੇ ਆਖਿਆ ਜ਼ਕਰੀਆ ਖਾਨ ਇਹ ਕੇਸ ਮੇਰੇ ਨਹੀਂ, ਇਹ ਮੇਰੇ ਕਲਗੀਧਰ ਪਾਤਸ਼ਾਹ ਦੀ ਮੋਹਰ ਹੈ, ਤੇ ਮੈਂ ਇਹ ਮਾਣ ਨਾਲ ਕਹਿਣਾ ਹੈ ਇਹਨਾਂ ਕੇਸਾਂ ਨੂੰ ਜੁੱਤੀਆਂ ਨਹੀਂ ਲੱਗ ਸਕਦੀਆਂ, ਇਹਨਾਂ ਕੇਸਾਂ ਨੂੰ ਨਾ ਕੋਈ ਕੱਟ ਸਕਦਾ, ਨਾ ਕੋਈ ਜੁੱਤੀਆਂ ਨਾਲ ਝਾੜ ਸਕਦਾ ਹੈ, ਪਰ ਮੈਂ ਵਚਨ ਕਰਦਾ ਗੁਰੂ ਦਾ ਸਿੰਘ ਤੇਰੇ ਨਾਲ, ਮੈਂ ਤੈਨੂੰ ਜੁੱਤੀ ਅੱਗੇ ਲਾ ਕਰਕੇ ਨਰਕਾਂ 'ਚ ਸੁੱਟੂੰਗਾ ਤੇ ਫਿਰ ਸ਼ਹੀਦੀ ਪ੍ਰਾਪਤ ਕਰਾਂ। ਇਹ ਵਚਨ ਕੀਤਾ। ਕਹਿੰਦੇ ਨੇ ਜ਼ਕਰੀਆ ਖਾਨ ਨੇ ਨਾਈ ਮੰਗਾਇਆ ਕਿ ਭਾਈ ਤਾਰੂ ਸਿੰਘ ਦੇ ਕੇਸ ਜ਼ਬਰਦਸਤੀ ਕੱਟੇ ਜਾ। ਭਾਈ ਤਾਰੂ ਸਿੰਘ ਜੀ ਅਡੋਲ ਬੈਠੇ, ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਸੱਚੇ ਪਾਤਸ਼ਾਹ ਮੈਂ ਉਹੋ ਜਿਹਾ ਸਿੱਖ ਤੇ ਨਹੀਂ ਜਿਹੋ ਜਿਹਾ ਹੋਣਾ ਚਾਹੀਦਾ। ਵੇਖੋ ਇਹ ਨਿਮਰਤਾ ਹੁੰਦੀ, ਭਾਵੇਂ ਹੈ ਉਹ ਅਵਸਥਾ। ਮਹਾਰਾਜ ਮੇਰੇ 'ਚ ਹਜ਼ਾਰਾਂ ਕਮੀਆਂ ਹੋ ਸਕਦੀਆਂ, ਪਰ ਮਹਾਰਾਜ ਮੇਰਾ ਸਰੂਪ ਤਾਂ ਤੁਹਾਡਾ ਹੀ ਹੈ, ਸਿੱਖੀ ਵਾਲਾ।
ਤੇ ਪਾਤਸ਼ਾਹ ਮੈਂ ਤੁਹਾਡੇ ਆਸਰੇ ਇਹ ਬਚਨ ਕੀਤਾ ਹੈ ਕਿ ਇਹ ਕੇਸ ਕਲਗੀਧਰ ਪਾਤਸ਼ਾਹ ਦੇ ਨੇ, ਇਹਨੂੰ ਕੋਈ ਕੱਟ ਨਹੀਂ ਸਕਦਾ। ਹੁਣ ਮੇਰੀ ਲਾਜ ਰੱਖਿਓ, ਇਹ ਕੇਸ ਨਾ ਕੱਟੇ ਜਾਣ, ਭਾਵੇਂ ਮੇਰਾ ਖੋਪਰ ਲੈ ਜਾਵੇ, ਸਿਰ ਭਾਵੇਂ ਲੈ ਜਾਵੇ, ਪਰ ਮੇਰੇ ਕੇਸ ਨਾ ਕੱਟੇ ਜਾਣ। ਕਹਿੰਦੇ ਨੇ ਜਦੋਂ ਨਾਈ ਆਇਆ ਕੇਸ ਕੱਟਣ ਵਾਸਤੇ ਤਿਆਰ ਹੋਇਆ, ਜ਼ੋਰ ਲਾ ਕਰਕੇ ਮਰ ਗਿਆ। ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਕੈਂਚੀ ਕੱਟ ਨਹੀਂ ਸਕੀ, ਤਾਰਾਂ ਬਣ ਗਈਆਂ ਤਾਰਾਂ। ਇਹ ਹੈ ਗੁਰੂ ਦੀ ਪ੍ਰਤੱਖ ਸ਼ਕਤੀ। ਕਹਿੰਦੇ ਨੇ ਜਦੋਂ ਤਾਰਾਂ ਬਣ ਗਈਆਂ ਨਹੀਂ ਕੱਟ ਸਕੀ, ਫਿਰ ਜਿੰਨੇ ਵੀ ਨਾਈ ਬੁਲਾਏ ਸੀ ਉਹ ਦੂਰੋਂ ਹੀ ਹੱਥ ਜੋੜ ਦਿੰਦੇ ਸੀ ਵੀ ਅਸੀਂ ਨਹੀਂ ਇਹ ਕੰਮ ਕਰ ਸਕਦੇ। ਪਤਾ ਲੱਗ ਗਿਆ ਨਾ ਕਿ ਪੂਰਨ ਗੁਰਸਿੱਖ ਰੱਬ ਦਾ ਪਿਆਰਾ। ਕਹਿੰਦੇ ਨੇ ਫਿਰ ਭਾਈ ਤਾਰੂ ਸਿੰਘ ਜੀ ਨੂੰ ਪਹਿਲਾਂ ਚਰਖੜੀ ਤੇ ਚਾੜਿਆ ਗਿਆ, ਵਿਦਵਾਨਾਂ ਦੀ ਲਿਖਤ ਮੁਤਾਬਕ ਪਹਿਲਾਂ ਚਰਖੜੀ ਤੇ ਚਾੜਿਆ ਗਿਆ ਅਤੇ ਆਖਿਆ ਹੁਣ ਵੀ ਕਬੂਲ ਕਰ ਲੈ। ਭਾਈ ਤਾਰੂ ਸਿੰਘ ਕਹਿਣ ਲੱਗੇ ਨਹੀਂ, ਇਹ ਜੀਵਨ ਲੇਖੇ ਲੱਗ ਜਾਵੇਗਾ, ਪਰ ਮੈਂ ਗੁਰੂ ਕੀ ਸਿੱਖੀ ਨੂੰ ਛੱਡਣਾ ਕਬੂਲ ਨਹੀਂ ਕਰਾਂਗਾ। ਚਰਖੜੀ ਤੇ ਚਾੜ ਕਰਕੇ ਅੰਗ ਅੰਗ ਤੋੜ ਦਿੱਤਾ ਹੈ, ਹੱਡੀਆਂ ਚੂਰ ਹੋ ਗਈਆਂ। ਫਿਰ ਮੋਢਿਆਂ ਤੇ ਚੁੱਕ ਕਰਕੇ 2 ਜਣ ਲਿਆਏ ਆ, ਹੁਣ ਵੀ ਮੌਕਾ ਹੈ। ਭਾਈ ਤਾਰੂ ਸਿੰਘ ਫਿਰ ਉਸੇ ਆਨੰਦ ਵਿੱਚ ਨੇ, ਕੋਈ ਮਨ ਵਿੱਚ ਡਰ ਨਹੀਂ, ਕੋਈ ਗਿਲਾ ਨਹੀਂ, ਕੋਈ ਦੁੱਖ ਨਹੀਂ, ਕਿਉਂਕਿ ਉਹ ਸੁੱਖ ਮਿਲ ਗਿਆ ਹੈ ਕਿ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਨ ਪਿਆ ਸੁਖ ਪਾਈ ਹੈ, ਬਾਹੜ ਦੂਖ ਨਾ ਹੋਈ। ਉਹ ਸੁੱਖ ਮਿਲ ਗਿਆ ਜਿਹੜਾ ਦੁੱਖ ਨਹੀਂ ਬਣਦਾ ਕਦੇ। ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਜਵਾਬ ਦਿੱਤਾ ਹੈ। ਕਹਿਣ ਲੱਗੇ ਮੇਰਾ ਜਵਾਬ ਉਹੀ ਹੈ ਕਿ ਮੈਂ ਸਿੱਖੀ ਨਹੀਂ ਤਿਆਗਾਂਗਾ, ਜੀਵਨ ਗੁਰੂ ਵਾਸਤੇ ਤਿਆਗ ਦੇਵਾਂਗਾ, ਪਰ ਸਿੱਖੀ ਨਹੀਂ ਤਿਆਗਾਂਗਾ। ਉਸ ਵੇਲੇ ਜ਼ਾਲਮਾਂ ਨੇ ਕੀ ਕੀਤਾ ਹੈ, ਭਾਈ ਤਾਰੂ ਸਿੰਘ ਦਾ ਖੋਪਰ ਲਾ ਦਿੱਤਾ। ਮੈਂ ਵਿਸਥਾਰ ਵੱਲ ਨਾ ਜਾਵਾਂ, ਸਨ ਕੇਸੀ ਖੋਪਰ ਲਾ ਦਿੱਤਾ ਹੈ ਅਤੇ ਖੋਪਰ ਲਾ ਕਰਕੇ ਇੱਕ ਗੰਦੇ ਨਾਲੇ ਦੇ ਲਾਗੇ ਭਾਈ ਤਾਰੂ ਸਿੰਘ ਦਾ ਸਰੀਰ ਸੁੱਟ ਦਿੱਤਾ ਹੈ। ਭਾਈ ਤਾਰੂ ਸਿੰਘ ਉੱਥੇ ਵੀ ਮਾਲਕ ਦੀ ਯਾਦ ਵਿੱਚ ਜੁੜੇ ਹੋਏ ਨੇ। ਬਚਨ ਕੀਤਾ ਸੀ ਕਿ ਤੈਨੂੰ ਜੁੱਤੀ ਅੱਗੇ ਲਾ ਕੇ ਫਿਰ ਸਰੀਰ ਤਿਆਗਣਾ, ਉਹਨਾਂ ਚਿਰ ਨਹੀਂ। ਕਹਿੰਦੇ ਨੇ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਬੜੇ ਵੈਦ ਹਕੀਮ ਸੱਦੇ ਹੈ, ਸੂਬਾ ਸੀ, ਬੜਾ ਇਲਾਜ ਕੀਤਾ ਪਰ ਇਲਾਜ ਨਹੀਂ ਹੋਇਆ। ਆਖਰਕਾਰ ਸਿਆਣੇ ਹਕੀਮਾਂ ਨੇ ਦੱਸਿਆ ਹੈ ਕਿ ਇਹ ਬੰਨ ਕੋਈ ਬਿਮਾਰੀ ਨਹੀਂ, ਇਹ ਜਿਹੜਾ ਤੂੰ ਸਿੱਖ ਨੂੰ ਦੁੱਖ ਦਿੱਤਾ ਨਾ, ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਹੈ, ਇਹ ਉਹਦਾ ਨਤੀਜਾ ਹੈ। ਉਸੇ ਕਾਰਨ ਤੈਨੂੰ ਬੰਨ ਪਿਆ ਹੈ, ਇਹ ਉਹੀ ਤੈਨੂੰ ਬਖਸ਼ ਸਕਦੇ ਆ, ਹੋਰ ਕੋਈ ਇਹਦਾ ਇਲਾਜ ਨਹੀਂ ਕਰ ਸਕਦਾ। ਜ਼ਕਰੀਆ ਖਾਨ ਦੇ ਕੋਲ ਨੌਕਰੀ ਕਰਦੇ ਸਨ 2 ਸਿੱਖ, ਇੱਕ ਭਾਈ ਸ਼ੁਬੇਗ ਸਿੰਘ ਤੇ ਇੱਕ ਭਾਈ ਸ਼ਾਹਬਾਜ਼ ਸਿੰਘ, ਦੋਵੇਂ ਪਿਓ ਪੁੱਤ। ਜ਼ਕਰੀਆ ਖਾਨ ਨੇ ਦੋਨਾਂ ਨੂੰ ਕੋਲ ਸੱਦਿਆ ਤੇ ਉਹਨਾਂ ਕੋਲੇ ਤਰਲਾ ਲਿਆ, ਮੇਰੇ ਤੇ ਕਿਰਪਾ ਕਰੋ, ਖਾਲਸੇ ਕੋਲ ਜਾਓ, ਮੇਰੀ ਅਰਦਾਸ ਕਰਵਾ ਕੇ ਆਓ, ਮੈਂ ਬੜਾ ਦੁਖੀ ਜੇ। ਖਾਲਸਾ ਉਦੋਂ ਜੰਗਲਾਂ ਵਿੱਚ ਰਹਿੰਦਾ ਸੀ ਪਰ ਸਿੱਖੀ ਕਾਇਮ ਸੀ। ਮੈਂ ਅੱਜ ਵੀ ਕਹਿਣਾ ਹੁੰਦਾ ਕਈ ਵਾਰ, ਜਦੋਂ ਖਾਲਸਾ ਜੰਗਲਾਂ ਵਿੱਚ ਸੀ ਨਾ, ਜਦੋਂ ਖਾਲਸੇ ਦਾ ਘਰ ਘਾਟ ਕੋਈ ਨਹੀਂ ਸੀ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂ ਜਾਣਾ, ਘੋੜੀਆਂ ਦੇ ਕਾਠੀਆਂ 'ਤੇ ਰਾਤ ਦਿਨ ਲੰਘਣਾ, ਜੰਗਲਾਂ 'ਚ ਹੀ ਪ੍ਰਸ਼ਾਦਾ ਪਾਣੀ ਛਕਣਾ ਤੇ ਕਈ ਦਿਨ ਮਿਲਣਾ ਵੀ ਨਾ। ਉਦੋਂ ਸਿੱਖੀ ਕਾਇਮ ਸੀ। ਜਦੋਂ ਦਾ ਖਾਲਸਾ ਕੋਠੀਆਂ 'ਚ ਆ ਗਿਆ ਨਾ, ਏਸੀਆਂ 'ਚ ਆ ਗਿਆ, ਉਦੋਂ ਦੀ ਸਿੱਖੀ ਖਤਰੇ 'ਚ ਆ ਗਈ। ਧਿਆਨ, ਜਿੰਨੇ ਵੱਧ ਸੁੱਖ ਆਉਂਦੇ ਆ ਉਹਨਾਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ। ਧਿਆਨ ਦੇਣਾ, ਮੇਰਾ ਭਾਵ ਇਹ ਨਹੀਂ ਕਿ ਸੁੱਖ ਹੋਣੇ ਨਹੀਂ ਚਾਹੀਦੇ, ਪਰ ਸਾਡੀ ਬਿਰਤੀ ਡੋਲ ਜਾਂਦੀ ਹੈ। ਵਿਦਵਾਨਾਂ ਨੇ ਇੱਕ ਬਚਨ ਲਿਖਿਆ ਹੈ ਕਿ ਜਦੋਂ ਗੁਰਦੁਆਰੇ ਕੱਚੇ ਸਨ ਉਦੋਂ ਸਿੱਖ ਪੱਕੇ ਸਨ, ਅੱਜ ਗੁਰਦੁਆਰੇ ਪੱਕੇ ਆ ਤੇ ਅੱਜ ਸਿੱਖ ਕੱਚੇ ਆ। ਤੁਸੀਂ ਵੇਖ ਸਕਦੇ ਹੋ, ਗੁਰਦੁਆਰੇ ਬਹੁਤੇ ਨੇ, ਮੈਨੂੰ ਇਹੋ ਜਾਪਦਾ ਹੈ ਜਿੰਨੇ ਗੁਰਦੁਆਰੇ ਉਹਨੇ ਸਾਨੂੰ ਪੱਕੇ ਸਿੱਖ ਨਹੀਂ ਲੱਭਣੇ, ਜਿੰਨੇ ਗੁਰਦੁਆਰੇ ਪਿੰਡਾਂ ਦੇ ਉੱਤੇ ਬਣ ਚੁੱਕੇ।
ਸਿੱਖੀ ਸਰੂਪ ਭਾਵੇਂ ਹੈ, ਪਰ ਪੂਰਨ ਰੂਪ ਜਿਹੜਾ ਗੁਰੂ ਵਾਸਤੇ ਖੜ ਜਾਵੇ, ਜਿਹੜਾ ਆਪਣਾ ਸਾਰਾ ਜੀਵਨ ਗੁਰੂ ਵਾਸਤੇ ਲਾਉਣ ਵਾਸਤੇ ਤਿਆਰ ਹੋਵੇ, ਐਸਾ ਸਿੱਖ ਬਿਰਲਾ ਲੱਭਣਾ। ਸਰੂਪ ਭਾਵੇਂ ਸਾਰਿਆਂ ਕੋਲ, ਮੇਰੇ ਕੋਲ ਵੀ ਹੈਗਾ, ਤੁਹਾਡੇ ਕੋਲ ਵੀ ਹੈਗਾ, ਉਹ ਵੱਖਰਾ ਵਿਸ਼ਾ, ਧਿਆਨ ਦੇਣਾ। ਸੋ ਗੁਰੂ ਪਿਆਰ ਵਾਲਿਓ, ਭਾਈ ਤਾਰੂ ਸਿੰਘ ਦਾ ਖੋਪਰ ਲਾ ਦਿੱਤਾ ਗਿਆ ਹੈ ਕੇਸਾਂ ਦੇ ਸਮੇਤ, ਤੇ ਜ਼ਕਰੀਆ ਖਾਨ ਨੂੰ ਬੰਨ ਪੈ ਗਿਆ, ਤੇ ਭਾਈ ਸ਼ਬੀਕ ਸਿੰਘ ਤੇ ਸ਼ਹਿਬਾਜ਼ ਸਿੰਘ ਨੂੰ ਆਖਿਆ ਮੇਰੀ ਅਰਦਾਸ ਕਰਵਾਓ ਖਾਲਸੇ ਤੋਂ। ਭਾਈ ਸ਼ਬੀਕ ਸਿੰਘ ਤੇ ਭਾਈ ਸ਼ਹਿਬਾਜ਼ ਸਿੰਘ ਖਾਲਸੇ ਦੇ ਕੋਲ ਜੰਗਲ 'ਚ ਗਏ, ਜਾ ਕਰਕੇ ਸਾਰੀ ਗੱਲ ਦੱਸੀ। ਖਾਲਸੇ ਨੇ ਪਹਿਲਾਂ ਮਨਾ ਕਰ ਦਿੱਤਾ ਕਿ ਇਸ ਦੁਸ਼ਟ ਦੀ ਅਰਦਾਸ ਨਹੀਂ ਹੋਵੇਗੀ, ਜਿਹਨੇ ਐਡਾ ਵੱਡਾ ਪਾਪ ਕੀਤਾ, ਦੀ ਕਾਹਦੀ ਅਰਦਾਸ। ਫਿਰ ਭਾਈ ਸ਼ਬੀਕ ਸਿੰਘ ਤੇ ਭਾਈ ਸ਼ਹਿਬਾਜ਼ ਸਿੰਘ ਕਹਿਣ ਲੱਗੇ ਨਹੀਂ ਖਾਲਸਾ ਜੀ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਸਰਬੱਤ ਦਾ ਭਲਾ ਹੈ, ਇੱਥੇ ਦੁਸ਼ਮਣ ਦਾ ਵੀ ਭਲਾ ਹੁੰਦਾ ਹੈ। ਫਿਰ ਖਾਲਸੇ ਨੇ ਗੁਰਮਤਾ ਕੀਤਾ, ਗੁਰਮਤਾ ਕਰਕੇ ਅਰਦਾਸ ਕੀਤੀ ਤੇ ਹੁਕਮ ਲਾਇਆ ਕਿ ਭਾਈ ਸ਼ਬੀਕ ਸਿੰਘ ਜੀ, ਭਾਈ ਸ਼ਹਿਬਾਜ਼ ਸਿੰਘ ਜੀ, ਹਾਂ ਠੀਕ ਹੋਵੇਗਾ, ਪਰ ਭਾਈ ਤਾਰੂ ਸਿੰਘ ਦਾ ਜੋੜਾ ਤੁਸੀਂ ਲੈ ਕੇ ਜਾਣਾ ਹੈ, ਤੇ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਦਾ ਜੋੜਾ ਉਹਦੇ ਸਿਰ ਵਿੱਚ ਵੱਜੇਗਾ, ਤਿਵੇਂ ਤਿਵੇਂ ਉਹਨੂੰ ਸੁੱਖ ਆਵੇਗਾ। ਇਹ ਬਚਨ ਖਾਲਸੇ ਨੇ ਕੀਤਾ। ਖਾਲਸੇ ਨੂੰ ਜਦੋਂ ਇਹ ਬਚਨ ਦੱਸਿਆ ਸੀ ਨਾ ਕਿ ਭਾਈ ਤਾਰੂ ਸਿੰਘ ਨੂੰ ਆਹ ਬਚਨ ਕਹੇ ਸੀ ਜ਼ਕਰੀਆ ਖਾਨ ਨੇ ਕਿ ਮੈਂ ਤੇਰੇ ਕੇਸ ਜੁੱਤੀਆਂ ਮਾਰ ਮਾਰ ਕਰਕੇ ਲਾ ਦੇਵਾਂਗਾ ਜਿਨ੍ਹਾਂ ਦਾ ਤੂੰ ਮਾਣ ਕਰਦਾ ਹੈ, ਤੇ ਭਾਈ ਸਾਹਿਬ ਨੇ ਕਿਹਾ ਸੀ ਵੀ ਸਿੱਖ ਨੇ ਇਹ ਕੇਸ ਨਹੀਂ ਕੱਟ ਹੋਣੇ, ਪਰ ਤੈਨੂੰ ਮੈਂ ਜੁੱਤੀ ਅੱਗੇ ਲਾ ਕੇ ਜ਼ਰੂਰ ਲਿਜਾਵਾਂਗਾ। ਉਸੇ ਆਧਾਰ 'ਤੇ ਪੰਥ ਨੇ, ਖਾਲਸੇ ਨੇ ਫੈਸਲਾ ਦਿੱਤਾ ਹੈ ਕਿ ਭਾਈ ਸਾਹਿਬ ਦਾ ਜੋੜਾ ਲੈ ਕੇ ਜਾਓ। ਭਾਈ ਸਾਹਿਬ ਦਾ ਜੋੜਾ ਲੈ ਕਰਕੇ ਗਏ, ਬਸਤਰ ਵਿੱਚ ਲਪੇਟ ਕਰਕੇ, ਜਾ ਕਰਕੇ ਜ਼ਕਰੀਆ ਖਾਨ ਨੂੰ ਦੱਸਿਆ ਹੈ ਵੀ ਆਹ ਖਾਲਸੇ ਨੇ ਅਰਦਾਸ ਕੀਤੀ ਤੇ ਫੈਸਲਾ ਹੋਇਆ। ਜਦੋਂ ਬੰਦਾ ਦੁਖੀ ਹੋਵੇ ਉਦੋਂ ਨਹੀਂ ਕੁਝ ਵੀ ਵੇਂਦਾ। ਕਹਿਣ ਲੱਗਾ ਛੇਤੀ ਕਰੋ। ਬਸਤਰ ਵਿੱਚੋਂ ਜੋੜਾ ਕੱਢਿਆ, ਭਾਈ ਤਾਰੂ ਸਿੰਘ ਦਾ ਸਿਰ ਵਿੱਚ ਮਾਰਿਆ, ਤੁਪਕਾ ਤੁਪਕਾ ਪਿਸ਼ਾਬ ਆਉਣ ਲੱਗਾ, ਕੁਝ ਸੁੱਖ ਦਾ ਸਾਹ ਮਿਲਿਆ, ਬੰਨ ਪਿਆ ਸੀ। ਰੋਜ਼ ਉਹਦੇ ਸਿਰ ਵਿੱਚ ਸਾਰੀ ਦਿਹਾੜੀ ਛਿੱਤਰ ਵੱਜਦੇ ਰਹਿੰਦੇ ਆ। ਭਾਈ ਤਾਰੂ ਸਿੰਘ ਦਾ ਜੋੜਾ ਵੱਜਦਾ ਰਹਿੰਦਾ ਹੈ, ਜਿਹੜਾ ਕਹਿੰਦਾ ਸੀ ਕਿ ਮੈਂ ਜੋੜੇ ਨਾਲ ਝਾੜਾਂਗਾ। ਭਾਈ ਸਾਹਿਬ ਦਾ ਬਚਨ ਪੂਰਾ ਹੋਇਆ, ਕਦੀ ਅਧੂਰਿਆਂ ਦੇ ਥੋੜ੍ਹਾ ਬਚਨ ਪੂਰੇ ਹੁੰਦੇ। ਕਹਿੰਦੇ ਨੇ 21ਵੇਂ ਦਿਨ ਫਿਰ ਕਹਿੰਦੇ ਆਪੇ ਹੀ ਇਹਨੇ ਭਾਈ ਸਾਹਿਬ ਦਾ ਜੋੜਾ ਫੜਨਾ, ਆਪੇ ਹੀ ਆਪਣੇ ਸਿਰ ਵਿੱਚ ਮਾਰਨਾ, ਜਿਵੇਂ ਜਿਵੇਂ ਵੱਜਣਾ ਤਿਵੇਂ ਤਿਵੇਂ ਸੁੱਖ ਦਾ ਸਾਹ ਆਉਣਾ, ਪਿਸ਼ਾਬ ਆਉਣਾ। 21ਵੇਂ ਦਿਨ ਜ਼ਕਰੀਆ ਖਾਨ ਦੀ ਮੌਤ ਹੋ ਗਈ, ਜ਼ਕਰੀਆ ਖਾਨ ਦੀ। ਤੇ 22ਵੇਂ ਦਿਨ ਫਿਰ ਅੱਜ ਦੇ ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਸਰੀਰ ਤਿਆਗਿਆ ਸੀ। 1 ਸਾਉਣ ਵਾਲੇ ਦਿਨ, 1 ਸਾਉਣ ਤੇ 1745 ਈਸਵੀ ਸੀ। ਧਿਆਨ ਦੇਣਾ, 1745 ਈਸਵੀ ਸੀ ਤੇ 1802 ਬਿਕਰਮੀ ਸੀ। ਸੋ ਗੁਰੂ ਪਿਆਰ ਵਾਲਿਓ, ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਦੁਸ਼ਟ ਨੂੰ ਜੋੜੇ ਦੇ ਅੱਗਰ ਲਾ ਕਰਕੇ, ਨਰਕਾਂ ਵਿੱਚ ਸੁੱਟ ਕਰਕੇ, ਫਿਰ ਗੁਰੂ ਕਾ ਖਾਲਸਾ ਸੱਚਖੰਡ ਗਿਆ ਹੈ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ। ਮੈਂ ਸੰਖੇਪ ਦੇ ਬਾਰੇ ਤੁਹਾਡੇ ਸਾਹਮਣੇ ਰੱਖੇ ਤੇ ਉਹਨਾਂ ਦੀ ਸ਼ਹਾਦਤ ਵਿੱਚੋਂ ਸਿਧਾਂਤ ਇਹੀ ਮਿਲਦਾ। ਵੇਖੋ, ਕੇਸਾਂ ਵਾਸਤੇ ਉਹਨਾਂ ਨੇ ਖੋਪਰ ਲਵਾਇਆ, ਤੇ ਜਿਹੜੇ ਵੀਰ ਨੌਜਵਾਨ ਤੁਹਾਡੇ ਵਿੱਚੋਂ ਕੇਸ ਕਟਾਉਂਦੇ ਆ, ਉਹ ਭਾਈ ਤਾਰੂ ਸਿੰਘ ਨੂੰ ਪੜ੍ਹੋ। ਭਾਈ ਤਾਰੂ ਸਿੰਘ ਨੂੰ ਸੁਣਿਆ ਨਾ ਤੁਸੀਂ? ਭਾਈ ਤਾਰੂ ਸਿੰਘ ਦਾ ਵਾਸਤਾ ਜੇ ਉਹਨਾਂ ਨੇ ਖੋਪਰ ਲਵਾਇਆ ਹੈ, ਤੇ ਜੇ ਅਸੀਂ ਭੁੱਲ ਗਏ ਹਾਂ, ਭੁੱਲ ਸਾਰਿਆਂ ਤੋਂ ਹੁੰਦੀ ਹੈ, ਅੱਜ ਵੀ ਮੌਕਾ ਹੈ ਕਿ ਅਸੀਂ ਭਾਈ ਤਾਰੂ ਸਿੰਘ ਦੇ ਵਾਰਸ ਬਣੀਏ, ਕੇਸ ਦਾੜੇ ਰੱਖ ਕਰਕੇ ਉਹਨਾਂ ਸ਼ਹੀਦਾਂ ਦੀਆਂ ਖੁਸ਼ੀਆਂ ਲਈਏ, ਸਤਿਗੁਰਾਂ ਦੀਆਂ ਖੁਸ਼ੀਆਂ ਲਈਏ, ਤਾਂ ਸਾਡੇ 'ਤੇ ਰਹਿਮਤਾਂ ਹੋਣੀਆਂ। ਉਹਨਾਂ ਨੇ ਤਾਂ ਖੋਪਰ ਲਵਾ ਲਏ ਕੇਸਾਂ ਵਾਸਤੇ, ਤੇ ਅਸੀਂ ਆਪ ਕੇਸ ਕਟਾਉਣੇ ਨਹੀਂ। ਗੁਰਮੁਖ ਉਹਨਾਂ ਦੇ ਜ਼ਬਰਦਸਤੀ ਸਰਕਾਰਾਂ ਕੱਟਦੀਆਂ ਸੀ ਤਾਂ ਨਹੀਂ ਕੱਟੇ, ਜੇ ਅਸੀਂ ਆਪਣੇ ਕੋਲੋਂ ਪੈਸੇ ਦੇ ਕੇ ਕੇਸ ਕਟਾਉਣੇ ਆ, ਅਸੀਂ ਸਿੱਖੀ ਨੂੰ ਆਪ ਬਰਬਾਦ ਕਰਦੇ ਪਏ। ਸੁਚੇਤ ਹੋਵੋ, ਗੁਰੂ ਕੇ ਖਾਲਸੇ ਬਣੋ, ਗੁਰੂ ਕੇ ਪਿਆਰੇ ਬਣੋ, ਕੇਸ ਦਾੜੇ ਰੱਖੋ। ਜੋ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਇਹਨਾਂ ਦੀ ਲੋੜ ਆ ਤੇ ਤਾਂ ਹੀ ਬਖਸ਼ਿਸ਼ ਕੀਤੇ ਨੇ। ਜੇ ਸਾਨੂੰ ਦਾੜੇ ਦੀ ਲੋੜ ਨਾ ਹੁੰਦੀ
ਤੇ ਰੱਬ ਨੇ ਲਾਉਣਾ ਨਹੀਂ ਸੀ। ਬੀਬੀਆਂ ਨੂੰ ਕਿਹੜਾ ਦਾੜਾ ਲਾਇਆ ਰੱਬ ਨੇ? ਪਤਾ ਸੀ ਨਾ ਰੱਬ ਨੂੰ ਨਹੀਂ ਲੋੜ, ਤੇ ਨਹੀਂ ਲਾਇਆ। ਸਾਨੂੰ ਲਾਉਣ ਲੱਗੇ ਕਿਤੇ ਚੇਤਾ ਭੁੱਲ ਗਿਆ ਮਹਾਰਾਜ ਨੂੰ? ਨਹੀਂ ਨਹੀਂ, ਮਰਦ ਦੀ ਨਿਸ਼ਾਨੀ ਦਾੜਾ ਹੈ, ਮਹਾਰਾਜ ਨੇ ਲਾਇਆ ਹੈ, ਔਰਤ ਨੂੰ ਨਹੀਂ ਲਾਇਆ। ਤੁਸੀਂ ਵੇਖੋ ਅਚਨਚੇਤ ਕਿਸੇ ਬੀਬੀ ਨੂੰ ਦਾੜੀ ਆ ਜਾਵੇ, ਕਿਤੇ ਕਿਤੇ ਹਜ਼ਾਰਾਂ 'ਚੋਂ ਇੱਕ ਅੱਧਾ ਹੋ ਵੀ ਜਾਂਦਾ, ਤੇ ਉਹ ਬੀਬੀ ਆਪਣੇ ਆਪ ਨੂੰ ਹੋਰ ਮਹਿਸੂਸ ਕਰਦੀ ਹੈ ਵੀ ਸ਼ਾਇਦ ਮੈਂ ਠੀਕ ਨਹੀਂ ਮੰਨਦੀ, ਆਪਣੇ ਆਪ 'ਤੇ ਗਿਲਾ ਰੱਖਦੀ ਹੈ। ਭਾਵੇਂ ਹੈ ਤੇ ਕੁਦਰਤ ਦੀ ਖੇਡ ਹੈ, ਪਰ ਦੂਜੀਆਂ ਬੀਬੀਆਂ ਵੀ ਉਹਦੇ ਵੱਲ ਹੋਰ ਤਰ੍ਹਾਂ ਵੇਖਣਗੀਆਂ ਵੀ ਬੀਬੀ ਨੂੰ ਦਾੜਾ ਹੈ। ਤੇ ਦੂਜਾ ਵਚਨ, ਜੇ ਕਿਸੇ ਬੰਦੇ ਨੂੰ ਦਾੜੀ ਨਾ ਆਈ ਹੋਵੇ ਤੇ ਉਹਨੂੰ ਬੰਦੇ ਹੋਰ ਤਰ੍ਹਾਂ ਵੇਖਣਗੇ ਵੀ ਇਹਨੂੰ ਦਾੜਾ ਨਹੀਂ ਆਇਆ। ਧਿਆਨ ਦੇਣਾ, ਮੈਂ ਤੇ ਆਪਣੇ ਅੱਖੀਂ ਵੇਖਿਆ, ਜਿਨ੍ਹਾਂ ਨੂੰ ਦਾੜੀ ਨਹੀਂ ਆਈ ਉਹ ਦਵਾਈਆਂ ਕੋਲ, ਤੇ ਜਿਨ੍ਹਾਂ ਨੂੰ ਦਾੜੀ ਆਈ ਉਹ ਨਾਈਆਂ ਕੋਲ। ਅੱਖੀਂ ਵੇਖਿਆ। ਮੈਨੂੰ ਯਾਦ, ਮੈਂ 2006 ਵਿੱਚ ਮੋਗੇ ਰਿਹਾ ਸਾਂ। ਉੱਥੇ ਮੇਰੇ ਨਾਲ ਇੱਕ ਸਿੰਘ ਪਾਠ ਕਰਾਉਂਦਾ ਸੀ, 50 ਕੁ ਸਾਲ ਦੀ ਉਹਦੀ ਉਮਰ ਸੀ, ਉਹਨੂੰ ਦਾੜਾ ਨਹੀਂ ਸੀ ਆਇਆ। ਤੇ ਕਈ ਵਾਰ ਉਹਨੇ ਮੇਰੇ ਕੋਲ ਬੈਠਣਾ ਤੇ ਇੱਦਾਂ ਬਚਨ ਚੱਲ ਪੈਣਾ ਤੇ ਕਹਿਣਾ, ਬਾਬਾ ਜੀ ਮੈਨੂੰ ਬੜਾ ਹੋਰ ਤਰ੍ਹਾਂ ਮਹਿਸੂਸ ਹੁੰਦਾ ਕਿ ਮੈਨੂੰ ਦਾੜਾ ਕਿਉਂ ਨਹੀਂ ਆਇਆ, ਕਿ ਕਹਿੰਦਾ ਮੈਂ ਕਿਹੜਾ ਖੋਟਾ ਕਰਮ ਕੀਤਾ ਹੋਵੇਗਾ ਪਿਛਲੇ ਜਨਮ ਵਿੱਚ ਤਾਂ ਮੈਨੂੰ ਦਾੜਾ ਹੀ ਨਹੀਂ ਮਿਲਿਆ। ਕਿ ਉਹਨੇ ਇੱਥੋਂ ਤੱਕ ਵੀ ਗੱਲ ਕਹੀ ਵੀ ਹੋ ਸਕਦਾ ਮੈਂ ਪਿਛਲੇ ਜਨਮ ਦੇ ਵਿੱਚ ਦਾੜੇ ਦੀ ਕਦਰ ਨਾ ਕੀਤੀ ਹੋਵੇ, ਦਾੜਾ ਸਾਂਭਿਆ ਨਾ ਹੋਵੇ, ਗੁਰੂ ਦਾ ਦਿੱਤਾ ਹੋਇਆ, ਤਾਂ ਹੀ ਮਹਾਰਾਜ ਨੇ ਮੈਨੂੰ ਐਰਕੀ ਦਿੱਤਾ ਹੀ ਨਹੀਂ। ਵੀ ਇਹਨੇ ਤਾਂ ਪਹਿਲਾਂ ਨਹੀਂ ਸਾਂਭਿਆ, ਨੂੰ ਦੇਣਾ ਕਾਹਦੇ ਲਈ? ਕਿਉਂਕਿ ਇਹ ਤਾਂ ਸਾਨੂੰ ਹਰ ਜਨਮ ਦਾ ਫਲ ਮਿਲਣਾ ਹੈ। ਜੇ ਐਰਕੀ ਆਪਾਂ ਨਹੀਂ ਸਾਂਭਾਂਗੇ ਵਾਹਿਗੁਰੂ ਦਾ ਦਿੱਤਾ ਹੋਇਆ, ਤੇ ਅਗਲੇ ਜਨਮ ਵਿੱਚ ਰੱਬ ਨੇ ਦੇਣਾ ਹੀ ਨਹੀਂ ਗਾ, ਵੀ ਲੈ ਤੂੰ ਤੁਰਿਆ ਫਿਰ ਉੱਦਾਂ ਹੀ। ਇਹ ਸਮਝਣ ਦੀ ਲੋੜ ਹੈ। ਗੁਰਮੁਖੋ, ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਗੁਰੂ ਦੀ ਮੋਹਰ ਹੈ। 26 ਜੇਠ 1756 ਬਿਕਰਮੀ ਨੂੰ, ਭਾਵ ਕਿ 1699 ਈਸਵੀ ਨੂੰ, ਖਾਲਸਾ ਪੰਥ ਸਾਜਣ ਤੋਂ ਪਹਿਲਾਂ 4-5 ਦਿਨ ਪਹਿਲਾਂ ਵਿਸਾਖੀ ਨੂੰ ਸਾਜਿਆ ਸੀ ਨਾ। ਇੱਕ ਵਿਸਾਖ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ, ਖਾਲਸਾ ਪੰਥ ਦੀ ਸਾਜਨਾ ਕੀਤੀ। ਤੇ 26 ਜੇਠ 4-5 ਦਿਨ ਪਹਿਲਾਂ ਹੀ ਬਣਦਾ ਹੈ। 1699 ਦੀ ਵਿਸਾਖੀ ਤੋਂ 4-5 ਦਿਨ ਪਹਿਲਾਂ 26 ਜੇਠ 1756 ਬਿਕਰਮੀ ਨੂੰ ਕਾਬਲ ਦੀ ਸੰਗਤ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਹੁਕਮਨਾਮਾ ਲਿਖਿਆ, ਜਿਹੜਾ ਸਾਡੇ ਕੋਲ ਅੱਜ ਮੌਜੂਦ ਹੈ। ਉਹਦੀ ਲਿਖਤ ਮੌਜੂਦ ਹੈ, ਉਹਦੇ ਥੱਲੇ ਕਲਗੀਧਰ ਪਾਤਸ਼ਾਹ ਦੇ ਸਿਗਨੇਚਰ ਹੋਏ ਆ, ਸਾਈਨ ਹੋਏ ਆ। ਉਹਦੀ ਫੋਟੋ ਕਾਪੀ ਮੇਰੇ ਕੋਲ ਵੀ ਹੈ। ਰੀਜਨਲ ਤਾਂ ਉੱਥੇ ਲਾਇਬ੍ਰੇਰੀ 'ਚ ਪਈ ਹੈ, ਉਹ ਤਾਂ ਕਿਸੇ ਨੂੰ ਮਿਲਣੀ, ਫੋਟੋ ਕਾਪੀ ਉੱਥੇ ਜਾ ਕੇ ਦੇਖ ਸਕਦੇ ਹਾਂ, ਰੀਜਨਲ ਵੀ। ਉਹਦੇ ਵਿੱਚ ਮਹਾਰਾਜ ਨੇ ਜਿਹੜੇ ਬਚਨ ਲਿਖੇ ਹੈ, ਉਹ ਲਿਖੇ ਹੋਏ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੇ ਅੱਗੇ ਬਚਨ ਕੀਤਾ ਹੈ, ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਪਰ ਸਾਡੀ ਬਹੁਤ ਖੁਸ਼ੀ ਹੋਵੇਗੀ, ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ। ਤੇ ਅੱਗੇ ਜਾ ਕਰਕੇ ਕਕਾਰਾਂ ਦਾ ਜ਼ਿਕਰ ਕੀਤਾ ਹੈ। ਤੇ ਫਿਰ ਮਹਾਰਾਜ ਕਹਿੰਦੇ ਨੇ, ਕੇਸ ਸਾਡੀ ਮੋਹਰ ਹਨ, ਕੇਸ ਸਾਡੀ ਮੋਹਰ ਹਨ। ਇਹ ਮੈਂ ਹੁਕਮਨਾਮਾ ਕਿਉਂ ਤੁਹਾਨੂੰ ਸੁਣਾਇਆ, ਤਾਂ ਕਿ ਪੱਕਾ ਯਕੀਨ ਹੋ ਜਾਵੇ। ਗੁਰੂ ਸਾਹਿਬ ਨੇ ਕਿਹਾ ਹੈ ਵੀ ਇਹ ਸਾਡੀ ਮੋਹਰ ਹੈ, ਕੇਵਲ ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਲਿਖਤਾ ਹੈ, ਕਲਗੀਧਰ ਪਾਤਸ਼ਾਹ ਦੇ ਥੱਲੇ ਸਾਈਨ ਆ। ਸੋ ਗੁਰੂ ਪਿਆਰ ਵਾਲਿਓ, ਮਹਾਰਾਜ ਨੇ ਆਖਿਆ ਸਾਡੀ ਮੋਹਰ ਹਨ ਕੇਸ। ਆਪਾਂ ਨੋਟ ਵਰਤਦੇ ਹਾਂ, ਨੋਟਾਂ ਤੋਂ ਬਿਨਾਂ ਦੇ ਸੰਸਾਰ ਚੱਲਦਾ ਹੀ ਨਹੀਂ। ਮਾਇਆ ਦੀ ਵਰਤੋਂ ਕਰਦੇ ਹਾਂ, ਹਰ ਨੋਟ 'ਤੇ ਸਰਕਾਰ ਦੀ ਮੋਹਰ ਲੱਗੀ ਹੁੰਦੀ ਹੈ। ਕਈ ਵਾਰ ਨੋਟ 2 ਟੋਟੇ ਵੀ ਹੋ ਜਾਵੇ, ਅਸੀਂ ਜੋੜ ਕੇ ਚਲਾ ਲੈਂਦੇ ਹਾਂ, ਪਰ ਜਿਹੜੇ ਨੋਟ ਦੀ ਮੋਹਰ ਪਾਟ ਜਾਵੇ ਨਾ, ਉਹ ਨਹੀਂ ਜੇ ਚੱਲਦਾ। ਭਾਵੇਂ ਜੇ ਸਾਬਤ ਵੀ ਹੋਵੇ, ਕੱਲੀ ਮੋਹਰ ਪਾਟ ਜਾਵੇ, ਉਸ ਨੋਟ ਨੂੰ ਕੋਈ ਨਹੀਂ ਲੈਂਦਾ। ਸਿੱਖਾ ਤੇਰੇ ਕੋਲ ਮੋਹਰ ਹੀ ਨਹੀਂ ਹੈਗੀ ਗੁਰੂ ਦੀ, ਗੁਰੂ ਦੇ ਕੇਸ ਗੁਰੂ ਕੀ ਮੋਹਰ ਹਨ, ਤੇਰੇ ਕੋਲ ਮੋਹਰ ਹੀ ਨਹੀਂ ਹੈਗੀ, ਤੇ ਤੂੰ ਗੁਰੂ ਕੋਲੇ ਕਿਵੇਂ ਚੱਲੇਗਾ, ਗੁਰੂ ਦੀ ਬਖਸ਼ਿਸ਼ ਕਿਵੇਂ ਲਵੇਗਾ? ਕਿਉਂਕਿ ਮੋਹਰ ਹੈ, ਮੋਹਰ ਤੋਂ ਬਿਨਾਂ ਕਿਸੇ ਕਾਗਜ਼ ਦੀ ਕੋਈ ਕੀਮਤ ਨਹੀਂ। ਆਪਾਂ ਡਰਾਈਵਿੰਗ ਲਾਇਸੈਂਸ ਬਣਾਉਣੇ ਨੇ, ਜਾਂ ਕੋਈ ਅਸਲੇ ਦਾ ਲਾਇਸੈਂਸ ਬਣਾਉਣੇ ਆ, ਜਾਂ ਕੋਈ ਹੋਰ ਡਾਕੂਮੈਂਟ ਬਣਾਉਣੇ ਆ, ਤੇ ਗੁਰਮੁਖੋ ਸਾਰਿਆਂ 'ਤੇ ਸਰਕਾਰ ਦੀ ਮੋਹਰ ਲੱਗਦੀ ਹੈ।
ਮੋਹਰ ਤੋਂ ਬਿਨਾਂ ਕਾਗਜ਼ ਵਿਅਰਥੇ ਨੇ, ਕਿਸੇ ਕੰਮ ਦੇ ਨਹੀਂ। ਮੋਹਰ ਲੱਗ ਜਾਵੇ ਤੇ ਉਹਨਾਂ ਹੀ ਕਾਗਜ਼ਾਂ ਦੀ ਕੀਮਤ ਬਣ ਜਾਂਦੀ ਹੈ। ਇਸੇ ਤਰ੍ਹਾਂ ਜੇ ਗੁਰਮੁਖੋ ਸਾਡੇ ਕੋਲ ਮੋਹਰ ਨਹੀਂ ਨਾ ਹੈਗੀ ਕਲਗੀਧਰ ਪਾਤਸ਼ਾਹ ਦੀ, ਅਸੀਂ ਵੀ ਵਿਅਰਥੇ ਹਾਂ। ਮੋਹਰ ਤਾਂ ਲਾਈ ਹੈ, ਅਸੀਂ ਮਿਟਾਤੀ। ਇਹ ਨਹੀਂ ਵੀ ਹੈਗੀ ਨਹੀਂ ਸੀ ਪਹਿਲਾਂ, ਰੱਬ ਨੇ ਤਾਂ ਲਾ ਕੇ ਭੇਜੀ ਹੈ, ਅਸੀਂ ਮਿਟਾਈ ਹੈ। ਤੇ ਮੋਹਰ ਸਾਬਤ ਰੱਖਾਂਗੇ ਤੇ ਗੁਰਮੁਖੋ ਗੁਰੂ ਦੀ ਖੁਸ਼ੀ ਪ੍ਰਾਪਤ ਹੋਣੀ ਹੈ, ਰਹਿਮਤ ਪ੍ਰਾਪਤ ਹੋਣੀ। ਸੋ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ ਹੈ, ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ। ਜਿਨ੍ਹਾਂ ਦਾ ਜੀਵਨ ਨਾਮ ਰਸ ਦੇ ਸਹਿਤ ਹੋ ਗਿਆ, ਜਿਨ੍ਹਾਂ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਬਣ ਗਿਆ ਹੈ, ਜਿਨ੍ਹਾਂ ਦਾ ਮਨ ਤਨ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਗਿਆ, ਇੱਕ ਨਾਮ ਦਾ ਆਸਰਾ ਹੈ, ਉਹਨਾਂ ਵਾਸਤੇ ਦੁਨਿਆਵੀ ਮਾਇਆ, ਵਿਸ਼ਿਆਂ ਦਾ ਰੰਗ, ਅਹੁਦਿਆਂ ਦਾ ਰੰਗ ਕਹਿੰਦੇ ਨੇ ਕੁੜਾਵਿਆ ਦਾ ਅਰਥ ਝੂਠਾ ਹੈ। ਤੇ ਉਹਨਾਂ ਨੂੰ ਸਭ ਕੁਝ ਇਸ਼ਾਰ ਸੁਆਹ ਦਿੱਤਾ, ਜਿਵੇਂ ਭਾਈ ਤਾਰੂ ਸਿੰਘ ਨੇ ਸਭ ਕੁਝ ਠੁਕਰਾ ਦਿੱਤਾ ਸੀ, ਕਿਉਂਕਿ ਰੰਗਿਆ ਹੋਇਆ ਜੀਵਨ ਲਾਲਚ ਪਿੱਛੇ ਰੁੜਦਾ ਨਹੀਂ ਗਾ। ਦਿਸਣ ਸਭੇ ਛਾਰ, ਸਭ ਕੁਝ ਸੁਆਹ ਦਿਸਦਾ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਵਾਹਿਗੁਰੂ ਦੇ ਨਾਮ ਦੀ ਅੰਮ੍ਰਿਤ ਬੂੰਦ ਬੜੀ ਸੁਹਾਵਣੀ ਹੈ, ਆਨੰਦ ਦੇਣ ਵਾਲੀ ਹੈ, ਜੀਵਨ ਨੂੰ ਸ਼ੋਭਾ ਦੇਣ ਵਾਲੀ ਹੈ। ਪਰ ਮਿਲ ਸਾਧੂ ਪੀਵਨ ਹਾਰ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕਰਕੇ ਉਸ ਨੂੰ ਛਕਿਆ ਜਾਂਦਾ ਹੈ, ਗੁਰੂ ਨਾਲ ਜੁੜ ਕਰਕੇ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਛਕਿਆ ਜਾਂਦਾ ਹੈ। ਉਹ ਬੂੰਦ ਜਿਹਦੇ ਮੁਖ ਵਿੱਚ ਪੈ ਜਾਂਦੀ ਹੈ, ਉਹਦਾ ਜੀਵਨ ਸੰਵਰ ਜਾਂਦਾ ਹੈ। ਵਾਣ ਤੇਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਉਹ ਜੋ ਸਰਬ ਕਲਾ ਸਮਰੱਥ ਪੁਰਖ ਵਿਆਪਕ ਅਪਾਰ ਪਾਰਾਵਾਰ ਤੋਂ ਰਹਿਤ ਪ੍ਰਭੂ ਹੈ, ਇਹ ਜੋ ਵੀ ਵਾਣ ਤੇਨ, ਵਾਣ ਦਾ ਅਰਥ ਹੈ ਆ ਰੁੱਖ ਬੂਟੇ ਜਿੰਨੇ ਵੀ, ਤਿੰਨ ਦਾ ਅਰਥ ਹੈ ਘਾਹ ਫੂਸ। ਇਹ ਜਿੰਨੇ ਵੀ ਹਰਿਆਵਲਤਾ ਨਾ, ਇਹ ਵਾਹਿਗੁਰੂ ਦੇ ਕੁਦਰਤ ਦੀ ਖੇਡ ਦੇ ਨਾਲ ਹੈ। ਕੁਦਰਤ ਚਾਹੇ ਜਿੱਥੇ ਮਰਜ਼ੀ ਹਰਿਆਵਲਤਾ ਪੈਦਾ ਕਰ ਦਿੰਦਾ ਪਰਮੇਸ਼ਰ, ਕਈਆਂ ਥਾਵਾਂ 'ਤੇ ਸਾੜ ਕੇ ਸੁਆਹ ਕਰ ਦਿੰਦਾ, ਉਹਦੀ ਮੌਜ ਹੈ। ਸੋ ਇਉਂ ਇਹ ਵਾਣ ਤਿੰਨ, ਸਾਰਾ ਹੀ ਸੰਸਾਰ ਜਿਹੜਾ ਹਰਿਆ ਭਰਿਆ ਹੈ, ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੈ। ਵਾਣ ਤਿੰਨ ਪ੍ਰਭ ਸੰਗ ਮੌਲਿਆ, ਇਹ ਸਾਡਾ ਜੀਵਨ ਜਿਹੜਾ ਹੈ ਇਹ ਵੀ ਉਦੋਂ ਹੀ ਖਿੜੇਗਾ। ਮੌਲਿਆ ਦਾ ਅਰਥ ਹੈ ਖਿੜਿਆ ਹੋਇਆ, ਹਰਿਆ, ਭਾਵ ਕਿ ਜਿਨ੍ਹਾਂ ਦਾ ਜੀਵਨ ਵਾਹਿਗੁਰੂ ਨਾਲ ਜੁੜ ਗਿਆ ਹੈ, ਉਹਨਾਂ ਦਾ ਜੀਵਨ ਖਿੜ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸਦਾ ਖੇੜਾ ਰਹਿੰਦਾ, ਭਾਵੇਂ ਵਾਰਿਆਂ ਥੱਲੇ ਬੈਠਣ ਫਿਰ ਵੀ ਖੇੜੇ ਵਿੱਚ ਰਹਿੰਦੇ, ਭਾਵੇਂ ਉਹਨਾਂ ਦਾ ਬੰਦ ਕੱਟਿਆ ਜਾਵੇ, ਖੋਪਰੀਆਂ ਲੈ ਜਾਣ, ਪੁੱਠੇ ਟੰਗੇ ਜਾਣ। ਸੋ ਗੁਰੂ ਪਿਆਰ ਵਾਲੇ ਜਮੂਰਾਂ ਨਾਲ ਬਾਸ ਨੋਚਿਆ ਜਾਵੇ, ਨੀਹਾਂ ਵਿੱਚ ਚਿਣ ਦਿੱਤੇ ਜਾਣ, ਕੋਲੂ ਵਿੱਚ ਪੀੜ ਦਿੱਤੇ ਜਾਣ, ਪਰ ਉਹ ਖਿੜੇ ਰਹਿੰਦੇ ਨੇ। ਉਹਨਾਂ ਨੂੰ ਕੋਈ ਦੁੱਖ ਨਹੀਂ ਦੇ ਸਕਦਾ, ਉਹਨਾਂ ਦੇ ਆਨੰਦ ਨੂੰ ਕੋਈ ਭੰਗ ਨਹੀਂ ਕਰ ਸਕਦਾ। ਹਰ ਮਿਲਣਾ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਵਾਹਿਗੁਰੂ ਨੂੰ ਮਿਲਣ ਵਾਸਤੇ ਮਨ ਲੋਚਦਾ, ਚਾਹੁੰਦਾ ਹੈ, ਪਰ ਕਰਮ ਮਿਲਾਵਣ ਹਾਰ, ਮਿਲਾਉਣ ਵਾਲੇ ਤੇ ਕਰਮ ਨੇ। ਜਿਹੜੇ ਗੁਰੂ ਨੇ ਦੱਸੇ ਕਰਮ, ਜਦੋਂ ਉਹ ਕਰਮ ਕਰਾਂਗੇ ਫਿਰ ਗੁਰੂ ਨਾਲ ਮਿਲਿਆ ਜਾਂਦਾ ਹੈ। ਨਾਮ ਜਪਣਾ ਵੀ ਕਰਮ ਹੈ, ਸੇਵਾ ਕਰਨੀ, ਬਾਣੀ ਪੜ੍ਹਨੀ, ਸਤ ਸੰਗਤ ਕਰਨੀ, ਇਹ ਸਾਰੇ ਕਰਮ ਨੇ। ਇਹ ਕਰਮ ਹੀ ਗੁਰੂ ਨਾਲ ਮਿਲਾਉਂਦੇ ਆ। ਜੇ ਅਸੀਂ ਬੈਠ ਕਰਕੇ ਇਹ ਸ਼ੁਭ ਕਰਮ ਕਰਨਾ ਕਰੀਏ ਤੇ ਕਰਮਾਂ ਦੇ ਕਰਕੇ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ। ਅਥਵਾ ਕਰਮ ਦਾ ਅਰਥ ਬਖਸ਼ਿਸ਼ ਵੀ ਹੈ, ਕਿ ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਭਾਈ ਗੁਰੂ ਦੀ ਬਖਸ਼ਿਸ਼ ਹੀ ਸਾਨੂੰ ਵਾਹਿਗੁਰੂ ਨਾਲ ਮਿਲਾਉਣ ਵਾਲੀ ਹੈ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਜੀਵ ਰੂਪੀ ਸਖੀਆਂ ਨੇ ਵਾਹਿਗੁਰੂ ਨੂੰ ਪਾਇਆ ਹੈ, ਮਹਾਰਾਜ ਕਹਿੰਦੇ ਮੈਂ ਜਿਨ੍ਹਾਂ ਤੋਂ ਸਦਾ ਹੀ ਕੁਰਬਾਨ ਜਾਨਾ, ਬਲਿਹਾਰ ਜਾਨਾ। ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਹੇ ਵਾਹਿਗੁਰੂ ਜੀਓ ਸਾਡੇ 'ਤੇ ਮਇਆ ਕਰੋ। ਮਇਆ ਦਾ ਅਰਥ ਦਇਆ, ਕਿਰਪਾ ਕਰੋ। ਤੁਹਾਡਾ ਉਪਦੇਸ਼ ਹੀ ਸਾਡੇ ਜੀਵਨ ਨੂੰ ਸਵਾਰਨ ਵਾਲਾ ਹੈ, ਇਸ ਕਰਕੇ ਆਪਣਾ ਉਪਦੇਸ਼ ਬਖਸ਼ੋ ਤਾਂ ਕਿ ਸਾਡਾ ਜੀਵਨ ਸਵਰ ਜਾਵੇ। ਸਾਵਣ ਤਿਨਾ ਸੁਹਾਗਣੀ, ਜਿਨ
ਰਾਮ ਨਾਮ ਉਰਹਾਰ। ਸਾਵਣ ਦਾ ਮਹੀਨਾ ਉਹਨਾਂ ਵਾਸਤੇ ਸੁਹਾਗਣੀ ਹੈ, ਭਾਵ ਸਫਲਾ ਹੈ, ਉਹਨਾਂ ਵਾਸਤੇ ਸ਼ੁਭ ਫਲ ਦੇਣ ਵਾਲਾ, ਉਹਨਾਂ ਦੇ ਜੀਵਨ ਨੂੰ ਸਵਾਰਨ ਵਾਲਾ। ਸੁਹਾਗਣੀ ਤੋਂ ਅਰਥ ਕੀ ਹੁੰਦਾ? ਸੁਹਾਗਣ ਆਪਾਂ ਕਿਹਨੂੰ ਕਹਿੰਦੇ? ਜਿਹੜੀ ਬੀਬੀ ਵਿਆਹੀ ਹੋਵੇ, ਪਤੀ ਵਾਲੀ ਹੋਵੇ, ਉਹਨੂੰ ਸੁਹਾਗਣ ਕਿਹਾ ਜਾਂਦਾ, ਦੂਜੀ ਨੂੰ ਨਹੀਂ ਕਿਹਾ ਜਾਂਦਾ। ਇੱਥੇ ਸੁਹਾਗਣੀ ਦਾ ਅਰਥ ਕੀ ਹੈ? ਭਾਵ ਕਿ ਉਹਦਾ ਪ੍ਰਭੂ ਨਾਲ ਮਿਲਾਪ ਹੋ ਗਿਆ। ਜਿਸ ਤਰ੍ਹਾਂ ਇੱਕ ਔਰਤ ਪਤੀ ਨਾਲ ਮਿਲਦੀ ਉਹ ਸੁਹਾਗਣ ਗਿਣੀ ਜਾਂਦੀ ਹੈ, ਇਸੇ ਤਰ੍ਹਾਂ ਗੁਰਮਤ ਦੇ ਦਾਇਰੇ ਵਿੱਚ ਜਿਹੜਾ ਰੱਬ ਨੂੰ ਮਿਲ ਪੈਂਦਾ ਉਹਨੂੰ ਵੀ ਸੁਹਾਗਣ ਕਿਹਾ ਜਾਂਦਾ। ਜੋ ਰੱਬ ਦੀ ਸੁਹਾਗਣ ਬਣ ਗਈ, ਉਹਨੇ ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੈ ਨਾ ਜਾਇਆ। ਉਹ ਵਰ ਪਤੀ ਪ੍ਰਾਪਤ ਕਰ ਲਿਆ ਜਿਹੜਾ ਨਾ ਕਦੀ ਮਰਦਾ ਨਾ ਕਿਤੇ ਜਾਂਦਾ, ਸਦਾ ਕੋਲ ਰਹਿਣ ਵਾਲਾ ਵਾਹਿਗੁਰੂ। ਉਹ ਸੁਹਾਗਣੀ ਸਾਵਣ ਦੇ ਮਹੀਨੇ ਦੁਆਰਾ ਪਾਤਸ਼ਾਹ ਕਿਰਪਾ ਕਰਦੇ ਨੇ। ਉਹ ਜੀਵ ਰੂਪੀ ਇਸਤਰੀ ਵਾਹਿਗੁਰੂ ਨੂੰ ਮਿਲ ਜਾਂਦੀ ਹੈ, ਪਰਮੇਸ਼ਰ ਦਾ ਰੂਪ ਹੋ ਜਾਂਦੀ ਹੈ। ਕਿਹੜੀ? ਜਿਨ ਰਾਮ ਨਾਮ ਉਰਹਾਰ। ਜਿਸ ਜੀਵ ਰੂਪੀ ਇਸਤਰੀ ਨੇ ਆਪਣੇ ਔਰ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਹਾਰ ਨੂੰ ਪਾ ਲਿਆ, ਭਾਵ ਕਿ ਨਾਮ ਹਿਰਦੇ ਵਿੱਚ ਵਸਾ ਲਿਆ, ਉਹਨਾਂ ਵਾਸਤੇ ਸਾਉਣ ਦਾ ਮਹੀਨਾ ਜਿਹੜਾ ਭਾਗਾ ਭਰਿਆ ਹੋਵੇਗਾ, ਖੁਸ਼ੀਆਂ ਭਰਿਆ ਹੋਵੇਗਾ। ਸੋ ਇਸ ਕਰਕੇ ਗੁਰਮੁਖੋ, ਇਹ ਸਾਉਣ ਦਾ ਮਹੀਨਾ ਤਾਂ ਹੀ ਸਾਡੇ ਵਾਸਤੇ ਭਾਗਾ ਭਰਿਆ ਹੋਵੇਗਾ ਜੇ ਅਸੀਂ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਾਵਾਂਗੇ। ਆਪਾਂ ਸਾਰੇ ਆਏ ਇੱਕ ਅਰਦਾਸ ਲੈ ਕੇ ਆਏ ਆ ਗੁਰੂ ਚਰਨਾਂ ਵਿੱਚ ਵੀ ਸਾਡੇ ਘਰ ਵਿੱਚ ਸੁੱਖ ਹੋਵੇ, ਸ਼ਾਂਤੀ ਹੋਵੇ, ਕੋਈ ਦੁੱਖ ਨਾ ਹੋਵੇ। ਸਾਰਿਆਂ ਦੀ ਭਾਵਨਾ ਇਹੋ ਹੀ ਹੁੰਦੀ ਹੈ ਕਿ ਪਿਛਲਾ ਮਹੀਨਾ ਬਤੀਤ ਹੋਇਆ ਹੈ, ਮਹਾਰਾਜ ਇਹ ਮਹੀਨਾ ਵੀ ਸੁੱਖ ਨਾਲ ਬਤੀਤ ਹੋਵੇ। ਪਰ ਮਹਾਰਾਜ ਨੇ ਦੱਸ ਦਿੱਤਾ, ਭਾਈ ਸੁੱਖ ਨਾਲ ਤਾਂ ਬਤੀਤ ਹੋਵੇਗਾ ਜੇ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ, ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਾਓਗੇ ਤਾਂ ਸਾਰੇ ਸੁੱਖ ਤੁਹਾਡੇ ਘਰ ਵਿੱਚ ਆ ਜਾਣਗੇ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਮਹੀਨੇ ਦੁਆਰਾ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ, ਜਿਹਦਾ ਮੁੱਖ ਭਾਵ ਇਹੀ ਹੈ ਕਿ ਆਪਣਾ ਜੀਵਨ ਵਾਹਿਗੁਰੂ ਦੇ ਨਾਮ ਰਸ ਨਾਲ ਜੁੜ ਜਾਵੇ। ਇੱਕ ਨਾਮ ਦਾ ਆਸਰਾ, ਇੱਕ ਗੁਰੂ ਦਾ ਆਸਰਾ ਹੋਵੇ ਤਾਂ ਸਾਡਾ ਜੀਵਨ ਜਿਹੜਾ ਬਿਲਕੁਲ ਸਫਲਾ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਨਾਮ ਬਾਣੀ ਅਭਿਆਸ ਕਰਕੇ ਜੀਵਨ ਸਵਾਰੀਏ। ਇਹ ਸਤਿਗੁਰੂ ਜੀ ਬਖਸ਼ਿਸ਼ ਕਰਨ। ਭੁੱਲਾਂ ਦੀ ਖਿਮਾ ਬਖਸ਼ਿਓ। ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ।